दोहरा। एक दिन बैठे सतगुरु, दसक सिंह ते आए। बंधन कर बैठत भाई, गाथा कही सुनाए। वाहिगुरु जी का खालसा, वाहिगुरु जी की फतेह। जुगा जुग अटल शब्द गुरु बाणी के बोहित चवर तखत दे मालक दसां पातशाहियां जी के आत्मक जोत स्वरूप साहिब श्री गुरु ग्रंथ साहिब जी दे हजूर सुभाईमान गुरु सवारे गुरु प्यारे खालसा सत संगी जनों, वड्डे भाग हन अपने सबना दे जिन्हां ते सतगुरां जी ने कृपा करके सत संगत करन दा सुभागा समा बख्शिया है। सतगुरां जी दी अमृतमई बाणी दे कीर्तन गुरु घर दे कीर्तनियां दी रसना द्वारा सरवण कीते हन। हुण समा बनया है सतगुरु गुरु गोबिंद सिंह महाराज जी दे पवित्र पावन जीवन की कथा दा। सतगुरु जी साबो की तलवंडी की धरती नूं भाग ला रहे हैं। इत्थे आ रहिंदियां ही भाई रामा ते तलोका रसदां लैके पहुंचे। सिखा ने दस्या भी पातशाह आप जी दे बड़े साहबजादियां दे पावन शरीर इन्हां ने संभाले, संस्कार कीता भेख बदल के। सतगुरु जी सेवा तो खुश होए, कहंदे भाई दसो की चाहिदा है। कहण लगे जी साडे पैर नहीं जम रहे। सतगुरु जी कहंदे भी इतनी महान सेवा तुसीं कीती, तुसीं दिल्ली लाहौर तक वधोगे। मंगेर के वालियां ने आके भुल बख्शाई, पातशाह तुहाडे सिखां नूं मजाक कीता, दो बंदूकां लैके आए। सतगुरु जी कहंदे तुहानूं की चाहीदा भाई? कहंदे महाराज सानूं भी राज बख्श दिओ। रामे तलोके नूं तुसीं राज बख्शिया। सतगुरु जी कहंदे भाई वो सेवा करके आए ने, उन्होंने राज मिलिया ते तुसीं सेवा करते रहोगे ते तुसीं भी टिके रहोगे। एक दिन सतगुरां जी ने बचन कहे, कहंदे भाई सानू सामने कणक नजर आ रही है। फिर एक दिन कहन लगे एक नजर आ रहा है, झोना नजर आ रहा। अगों भाई डल्ला कहंदे पातशाह भी सानू इत्थे मोट बाजरा ठीक है, सानू नहीं ये सारा कुछ चाहिदा। जे सारा कुछ होण लग पिया ते तुरक सानू तंग करनगे। सतगुरु जी कहंदे भाई तुरकां दा तां अंत हो गया, पर तुहाडा हले यकीन नहीं बनिया। ये सारा कुछ हुणे हो जाना सी, पर तुसीं बचन नहीं मन्निया। इहदे करके हुण समा पा के होवेगा, ये साडा मालवा होवेगा। इउं सतगुरां जी ने बख्शिशां कीतियां। इस तो अगे कथा दी रंभता हुंदी है। आओ रसना ते मुख नूं करिए पवित्र। बोलो जी सतनाम श्री वाहिगुरु साहिब जी। सतनाम श्री वाहिगुरु साहिब जी। दोहरा। एक दिन बैठे सतगुरु, दसक सिंह ते आ
ਦਿਨ ਦੀ ਗੱਲ ਹੈ ਵੀ ਜਦੋਂ ਸਤਿਗੁਰੂ ਜੀ ਸੁਭਾਏਮਾਨ ਨੇ, ਦਸਾਂ ਕੁ ਸਿੱਖਾਂ ਨੇ ਆ ਕੇ ਨਮਸਕਾਰ ਕੀਤੇ। ਬੰਦਨ ਕਰ ਬੈਠਤ ਭਾਏ, ਗਾਥਾ ਕਹੀ ਸੁਨਾਏ। ਨਮਸਕਾਰ ਕਰਕੇ ਬੈਠ ਗਏ। ਪੁੱਛਿਆ ਸਤਿਗੁਰਾਂ ਜੀ ਨੇ, ਕਿੱਥੋਂ ਆਏ ਹੋ ਭਾਈ, ਕੀ ਖਬਰ ਹੈ? ਚੌਪਈ ਕੋਟ ਕਪੂਰੇ ਕੋਲੀਏ ਮਾਰੀ। ਮਹਾਰਾਜ ਅਸੀਂ ਦੱਸਣ ਆਇਆ ਵੀ ਕੋਟ ਵਾਲਾ ਕਪੂਰਾ ਜਿਹੜਾ ਹੈ ਉਹ ਮਾਰ ਲਿਆ। ਸਾਚ ਜਿਮ ਪ੍ਰਭੂ ਉਚਾਰੀ। ਉਸੇ ਤਰ੍ਹਾਂ ਹੀ ਹੋਇਆ ਜਿਵੇਂ ਆਪ ਜੀ ਨੇ ਬਚਨ ਕਰਿਆ। ਡਲ ਸਿੰਘ ਬੈਠਿਓ ਨਿਕਟ ਸੁਨੰਤਾ। ਭਾਈ ਡਲ ਸਿੰਘ ਕੋਲ ਬੈਠ ਕੇ ਸੁਣ ਰਿਹਾ। ਬੂਜਨ ਕੀਨ ਸਕਲ ਬਿਰਤੰਤਾ। ਸਾਰੀ ਗੱਲ ਜਾਣਨ ਦੇ ਲਈ ਪੁੱਛਣ ਲੱਗਿਆ। ਕਿਨ ਮਾਰਿਓ ਕਉ ਚੋਰ ਪ੍ਰਸੰਗ। ਭਾਈ ਕਿਨੇ ਮਾਰਿਆ ਉਹਨੂੰ, ਸਾਰੀ ਗੱਲ ਸੁਣਾਓ ਸ਼ੁਰੂ ਤੋਂ। ਕਿਸਕੇ ਸੰਗ ਕੀਨ ਤਿਨ ਜੰਗ। ਕਿਹਦੇ ਨਾਲ ਜੰਗ ਹੋਇਆ? ਸੁਨ ਕੈ ਸਿੰਘਨ ਸਰਬ ਸੁਨਾਇਓ। ਸਿੱਖਾਂ ਨੇ ਸਾਰੀ ਗੱਲ ਸੁਣਾਈ। ਮੇਲਾ ਢਿਲਵੀ ਬਹੁ ਚੱਲ ਆਇਓ। ਇਹ ਵੀ ਮੇਲਾ ਲੱਗਿਆ ਹੋਇਆ ਸੀ ਸੋਢੀਆਂ ਦੇ ਢਿਲਵੇਂ ਪਿੰਡ। ਸੋਢੀ ਕੋਲ ਸੋ ਮੰਜੀ ਲਾਏ। ਕੋਲ ਜੀ ਬੈਠੇ ਸਨ ਮੰਜੀ ਲਾ ਕੇ। ਬੈਠਿਓ ਭੇਟੇ ਲੋਕ ਚੜਾਏ। ਲੋਕ ਭੇਟਾਵਾਂ ਚੜਾ ਰਹੇ ਸਨ। ਤਹਾਂ ਕਪੂਰਾ ਪੀ ਚੱਲ ਗਇਓ। ਤੇ ਕਪੂਰਾ ਵੀ ਆ ਜਾਂਦਾ। ਕੀ ਚਿਤ ਸੁਪੱਟ ਸੰਗ ਮੈਂ ਲਿਓ। ਦੇ ਨਾਲ ਸ਼ਸਤਰ ਧਾਰੀ ਰਹਿੰਦੇ ਹਨ। ਬੈਰੀ ਬਰਗਾੜੀ ਤਿਸ ਕੇਰੇ। ਸ਼ਰੀਕੇ ਵਾਲੇ ਬਰਗਾੜੀ ਤੋਂ। ਉਤੋਂ ਸ਼ਰੀਕਾਂ ਮਰੇ ਅਗੇਰੇ। ਇਹਨਾਂ ਦੇ ਨਾਲ ਪਹਿਲਾਂ ਯੁੱਧ ਹੋਇਆ ਸੀ, ਬੰਦੇ ਮਾਰ ਕੇ ਆਇਆ ਸੀ ਕਪੂਰਾ ਉਹਨਾਂ ਦੇ। ਸੋਪੀ ਚੱਲ ਆਏ ਵਿੱਚ ਮੇਲੇ। ਉਹ ਵੀ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ। ਜਿਨੋਂ ਦੋਹੇਲੇ ਹੋਏ ਨਾ ਮੇਲੇ। ਜੋ ਦੁਖੀ ਬਹੁਤ ਸਨ ਪਰ ਹਾਲੇ ਤੱਕ ਮਿਲਾਪ ਨਹੀਂ ਸੀ ਹੋਇਆ। ਪਾਨ ਸ਼ਰਾਬ ਕਰੀ ਦਿਸ਼ ਦੋ। ਦੋਵਾਂ ਨੇ ਸ਼ਰਾਬਾਂ ਪੀਣਾ ਕੀਤੀਆਂ। ਪਾਚਲ ਬੈਰ ਚਿਤਾਰਤ ਸੋ। ਪਿਛਲਾ ਵੈਰ ਜਿਹੜਾ ਯਾਦ ਕਰ ਲਿਆ। ਪ੍ਰਥਮ ਕਰਿਓ ਬਕਬਾਦ ਵਿਸਾਲਾ। ਪਹਿਲਾਂ ਇੱਕ ਦੂਸਰੇ ਨੂੰ ਤੁਮਤਾਂ ਲਾਉਂਦੇ ਬੋਲਣ ਲੱਗੇ। ਗਾਰ ਨਿਕਾਰਤ ਪੇ ਜਿਸ ਕਾਲਾ। ਲਾਗੇ ਗਾਲਾਂ ਕੱਢਣ ਇੱਕ ਦੂਸਰੇ ਨੂੰ। ਬਾਡੀ ਸਪਰਦਾ ਦੋਵੇਂ ਦਿਸ਼ ਕੇਰੀ। ਦੋਵਾਂ ਦੇ ਅੰਦਰ ਈਰਖਾ ਬਹੁਤ ਵਧੀ ਹੋਈ ਸੀ। ਆਯੁਧ ਲਗੇ ਚਲਨ ਤਿਸ ਬੇਰੀ। ਉਸ ਤੋਂ ਬਾਅਦ ਸ਼ਸਤਰ ਚੱਲਣ ਲੱਗੇ। ਜਵਾਲਾ ਬੰਮਣੀ ਬ੍ਰਿੰਦ ਚਲਾਈ। ਬੜੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਆਪਸ ਵਿੱਚ। ਮਾਰੇ ਕਿਤਕ ਮਚ ਭਰੀ ਲੜਾਈ। ਕੁਝ ਮਾਰ ਕੇ ਡਿਗੇ ਤੇ ਇਸ ਤਰ੍ਹਾਂ ਲੜਾਈ ਵੱਧ ਗਈ। ਰੌਲਾ ਪੈ ਗਿਆ ਮੇਲੇ ਦੇ ਵਿੱਚ। ਜਾਣਿਓ ਸਾਹਿਬ ਕੋਲ ਬਖੇਰਾ। ਇਸ ਵਕਤ ਕੌਲ ਸਾਹਿਬ ਨੂੰ ਪਤਾ ਲੱਗਿਆ ਬਖੇੜੇ ਦਾ। ਬਿਗੜਿਓ ਮੇਲਾ ਤਰਾਸ ਬਡੇਰਾ। ਮੇਲੇ ਦੇ ਵਿੱਚ ਗੋਲੀ ਚੱਲ ਗਈ, ਬੰਦੇ ਮਾਰੇ ਗਏ ਤੇ ਹੁਣ ਸਾਰੇ ਡਰਦੇ ਨੇ। ਮੇਲਾ ਉਕੜ ਗਿਆ, ਲੋਕੀ ਭੱਜੇ ਜਾਂਦੇ ਜਾਨਾਂ ਬਚਾਉਣ ਦੀ ਖਾਤਰ। ਅਬੇ ਰਾਮ ਨੰਦਨ ਸ਼੍ਰੀ ਰਾਮ। ਇਹਦੇ ਪੁੱਤਰ ਨੇ ਅਭੈ ਰਾਮ ਤੇ ਸ਼੍ਰੀ ਰਾਮ। ਭੇਜਿਓ ਜੁਧ ਹਟਬੇ ਕਾਮ। ਕਹਿੰਦੇ ਵੀ ਇਹਨਾਂ ਨੂੰ ਹਟਾਓ ਜਾ ਕੇ, ਕਿਉਂ ਲੜਦੇ ਨੇ ਬਰਾੜ। ਤਰਜਤ ਦੋਨੋਂ ਦਿਸ਼ ਨੇ ਹਟਾਵੇ। ਦੋਵੇਂ ਪਾਸੇ ਗਏ, ਦੋਵਾਂ ਨੂੰ ਘੂਰ ਕੇ ਹਟਾਉਂਦੇ ਹਨ। ਗੁਰ ਘਰ ਮੈਂ ਕਿਮ ਜੰਗ ਮਚਾਵੇ। ਵੀ ਤੁਸੀਂ ਸਾਡੇ ਮੇਲੇ ਦੇ ਵਿੱਚ ਆ ਕੇ ਕਿਵੇਂ ਲੜਨ ਲੱਗੇ ਹੋ। ਨਿਜ ਘਰ ਗਮਨੋ ਕਰੋ ਲੜਾਈ। ਆਪਣੇ ਘਰੇ ਜਾਓ, ਲੜੋ ਮਰੋ, ਇੱਥੇ ਨਾ ਵਾਧਾ ਵਧਾਓ। ਹਟ ਜਾਵੋ ਕਿਉਂ ਤੂੰ
ਮਚਾਈ। ਐਵੇਂ ਕਿਉਂ ਮੇਲੇ ਦੇ ਵਿੱਚ ਧੂਮ ਮਚਾਈ ਹੈ, ਬਸ ਕਰੋ ਹੁਣ। ਇਤ ਉਤ ਬਰਜਤ ਤਰਜਤ ਵਿਚਰਤ। ਤਰ੍ਹਾਂ ਦੋਵੇਂ ਜਣੇ ਇੱਕ ਦੂਸਰੇ ਨੂੰ ਘੂਰਦੇ ਹੋਏ, ਰੋਕਦੇ ਹੋਏ, ਹਟਾਉਂਦੇ ਫਿਰਦੇ ਨੇ। ਭਏ ਸ਼ਰਾਬੀ ਰਿਪ ਅਤੀ ਹਤ ਮਤ। ਬਰਾੜਾਂ ਨੇ ਪੀਤੀ ਹੋਈ ਸ਼ਰਾਬ ਉਹਨਾਂ ਦੀ ਮੱਤ ਮਾਰੀ ਹੋਈ, ਉਹਨਾਂ ਤੇ ਕੀ ਅਸਰ ਹੁੰਦਾ ਸੀ। ਜਵਾਲਾ ਬਮਣੀ ਤਾਕ ਚਲਾਈ। ਉਹਨਾਂ ਨੇ ਤੱਕ ਕੇ ਇੱਕ ਬੰਦੂਕ ਦੀ ਗੋਲੀ ਚਲਾ ਦਿੱਤੀ। ਅੰਧ ਦੀਨੋ ਸ਼੍ਰੀ ਰਾਮ ਗਿਰਾਈ। ਸ਼੍ਰੀ ਰਾਮ ਸੋਢੀ ਤੇ ਗੋਲੀ ਲੱਗੀ ਤੇ ਉਹ ਡਿੱਗ ਪਿਆ। ਸੁਨ ਮਾਨਵ ਤਬ ਦੋਰੇ ਗਏ। ਜਦੋਂ ਸ਼੍ਰੀ ਰਾਮ ਡਿੱਗਿਆ ਤੇ ਲੋਕੀ ਦੌੜੇ ਦੌੜੇ ਗਏ। ਮਰਿਓ ਉਠਾਏ ਸੋ ਲਿਆਵਤ ਭਏ। ਲਾਸ਼ ਨੂੰ ਮਰੇ ਹੋਏ ਦੀ ਨੂੰ ਚੁੱਕ ਕੇ ਲਿਆਉਂਦੇ ਨੇ। ਸੋਡੀ ਅਪਰ ਗਏ ਰਿਸ ਭਰ ਕੇ। ਬਾਕੀ ਸਾਰੇ ਸੋਢੀਆਂ ਨੂੰ ਗੁੱਸਾ ਆ ਗਿਆ, ਉਹ ਵੀ ਗਏ। ਵਰਜਤ ਤਰਜਤ ਗਾਰ ਨਿਕਰ ਕੇ। ਫਿਰ ਗਾਲਾਂ ਕੱਢਣ ਲੱਗ ਪਏ, ਉਹਨਾਂ ਨੂੰ ਰੋਕਦੇ ਹਨ ਵੀ ਸਾਡਾ ਹੀ ਬੰਦਾ ਮਾਰਤਾ ਤੁਸੀਂ। ਸ੍ਰੀ ਰਾਮ ਸੰਸਕਾਰਨ ਲਾਗੇ। ਸੋਢੀ ਸ੍ਰੀ ਰਾਮ ਦਾ ਸੰਸਕਾਰ ਕਰਨ ਲੱਗੇ। ਹਰੋ ਕੋਲ ਬੋ ਸੰਕਟ ਪਾਗੇ। ਉਸ ਵਕਤ ਸੋਢੀ ਕੌਲ ਸਾਹਿਬ ਜੀ ਕੋਲ ਖੜੇ ਸਨ, ਦੁੱਖ ਬੜਾ ਸੀ ਲੱਗਿਆ ਹੋਇਆ। ਬੋਲਿਓ ਨਹੀਂ ਦਾਓ ਇਸ ਕਰੀਏ। ਰੋਕਤਾ ਉਹਨੇ, ਕਹਿੰਦਾ ਵੀ ਰੁਕ ਜਾਓ, ਹਾਲੇ ਸੰਸਕਾਰ ਨਾ ਕਰੋ ਸ਼੍ਰੀ ਰਾਮ ਦਾ। ਅਬਰ ਬਿਗਨ ਕੁਛ ਹੋਏ ਵਿਚਾਰੀਏ। ਤੇ ਮੈਨੂੰ ਆਇਆ ਲੱਗਦਾ ਵੀ ਹਾਲੇ ਹੋਰ ਕੁਝ ਹੋਣ ਵਾਲਾ ਹੈ। ਤਾਤੀ ਬਾਇਓ ਲਗੇ ਮੁਝ ਅੰਗ। ਮੇਰੇ ਅੰਗਾਂ ਨੂੰ ਤੱਤੀ ਹਵਾ ਲੱਗ ਰਹੀ ਹੈ। ਤੈਂ ਗੁਰ ਮਾਰੇ ਠਾਨਤ ਜੰਗ। ਗੁਰੂ ਦੇ ਮਾਰੇ ਹੋਏ ਜੰਗ ਕਰਨ ਲੱਗੇ ਹੋਏ ਹਨ। ਮਮ ਪਰਿਵਾਰ ਹਟਾਵਨ ਗਇਓ। ਮੇਰਾ ਪਰਿਵਾਰ ਹਟਾਉਣ ਵਾਸਤੇ ਗਿਆ। ਮਹਿਦ ਬਖੇਰਾ ਮਿਲ ਉਪਜਿਓ। ਉਹਨਾਂ ਦੇ ਨਾਲ ਵੀ ਬਕੇੜਾ ਝਗੜਾ ਹੋ ਗਿਆ, ਵੱਧ ਗਿਆ। ਕਿਤਨੇ ਮੈਂ ਨਰ ਦੌਰ ਤੇ ਆਵਾ। ਇੱਕ ਬੰਦਾ ਆਇਆ ਭੱਜਿਆ ਭੱਜਿਆ। ਬੋਲ ਸਮੀਪੀ ਦੁਖਦ ਬਚ ਗਾਵਾ। ਰੋਂਦਿਆਂ ਹੋਇਆਂ ਸੋਢੀ ਕੌਲ ਸਾਹਿਬ ਨੂੰ ਕਿਹਾ, ਸ੍ਰੀ ਰਾਮ ਕੋ ਅਨੁਜ ਪ੍ਰਜਾਪਤੀ। ਕਹਿੰਦੇ ਭਾਈ ਸ਼੍ਰੀ ਰਾਮ ਦਾ ਜਿਹੜਾ ਭਰਾ ਆ ਪ੍ਰਜਾਪਤ, ਗੋਰੀ ਲੱਗੀ ਤੁਰਤ ਹੀ ਪਾਹਤ। ਉਹਦੇ ਵੀ ਛਾਤੀ 'ਚ ਗੋਲੀ ਲੱਗੀ, ਉਹ ਵੀ ਡਿੱਗ ਪਿਆ, ਮਰ ਗਿਆ। ਜਾਏ ਉਠਾਇਓ ਤਤ ਛਿਨ ਲਿਆਏ। ਨਾਲ ਦੀ ਨਾਲ ਉਹਨੂੰ ਵੀ ਚੁੱਕ ਕੇ ਲਿਆਏ। ਸਭ ਸੋਢੀਨ ਕਸ਼ਟ ਬਹੁ ਪਾਏ। ਸੋਢੀਆਂ ਨੂੰ ਬੜਾ ਦੁੱਖ ਲੱਗਿਆ ਜਦੋਂ ਦੋ ਬੰਦੇ ਮਾਰੇ ਗਏ। ਦੋਨੋਂ ਕੋ ਇਕੱਠੇ ਸੰਸਕਾਰਾ। ਦਾ ਸੰਸਕਾਰ ਜਿਹੜਾ ਇਕੱਠਿਆਂ ਦਾ ਕੀਤਾ, ਪ੍ਰਜਾਪਤ ਤੇ ਸ਼੍ਰੀ ਰਾਮ ਦਾ। ਮੇ ਰਾਮ ਤਬ ਸਰਾਪੀ ਉਚਾਰਾ। ਉਸ ਭੈ ਰਾਮ ਨੇ ਫਿਰ ਸਰਾਪ ਦਿੱਤਾ। ਮਮ ਨੰਦਨ ਤੈ ਮਾਰੇ ਦੋਏ। ਕੌਲ ਸਾਹਿਬ ਦੇ ਪੁੱਤਰ ਨੇ ਭੈ ਰਾਮ ਦੇ ਦੋ ਪੁੱਤਰ ਮਾਰੇ ਗਏ, ਸ਼੍ਰੀ ਰਾਮ ਤੇ ਪ੍ਰਜਾਪਤ। ਸੋਢੀ ਸਾਹਿਬ ਦੇ ਪੋਤਰੇ ਮਾਰੇ ਗਏ। ਤਾਂ ਹੁਣ ਜਿਹੜਾ ਪਿਓ ਹੈ ਭੈ ਰਾਮ, ਉਹ ਸਰਾਪ ਦਿੰਦਾ ਹੈ, ਇਸ ਅਗ ਕੋ ਫਲ ਇਮ ਤੁਜ ਹੋਏ। ਵੀ ਗੱਲ ਸੁਣ ਲੈ ਕਪੂਰਿਆ, ਮੇਰੇ ਦੋ ਪੁੱਤਰ ਮਾਰਤੇ ਤੂੰ, ਇਹਦਾ ਫਲ ਤੈਨੂੰ ਭੁਗਤਣਾ ਪੈਣਾ ਛੇਤੀ ਨਾਲ। ਪੂਰਬ ਸਰਾਪ ਦਸਮ ਪਾਤਸ਼ਾਹ। ਪਹਿਲਾਂ ਤਾਂ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਖੁਸ਼ੀ ਨਹੀਂ ਲੈ ਸਕਿਆ, ਉਧਰੋਂ ਵੀ ਤੇਰੇ ਤੇ ਕਰੋਪੀ ਹੋਇਆ, ਤੇ ਹੁਣ ਮੇਰੇ ਆਲਾ ਵੀ ਸੁਣ ਲੈ। ਮਾਰੇ ਤੁਰਕ ਤੇ ਲੈ ਕਰ ਫਾਹਾ। ਤੁਰਕ ਤੈਨੂੰ ਫਾਹਾ ਦੇ ਕੇ ਮਾਰਨਗੇ। ਖੇ ਤੋਬਰਾ ਬਦਨ ਚੜਾਵੇ। ਤੇਰੇ ਮੂੰਹ ਦੇ ਉੱਤੇ ਖੇ ਦਾ ਤੋਬਰਾ ਚਾੜ ਕੇ। ਮਾਰੇ ਸਮੇਂ ਇਸ ਬਿਦ ਦੁੱਖ ਪਾਵੇਂ। ਤੁਵੇਂ ਵੀ ਮਰਨ ਵੇਲੇ ਇਸੇ ਤਰ੍ਹਾਂ ਹੀ ਦੁਖੀ ਹੋਵੇਂਗਾ। ਮੋਹੇ ਸਰਾਪ ਤੇ ਜੜੇ ਤੁਹਾਰੀ। ਤੁਹਾਡੀਆਂ ਜਿਹੜੀਆਂ ਜੜਾਂ ਨੇ ਉਹ ਮੇਰੇ ਸਰਾਪ ਤੋਂ ਉਖੜ ਗਈ ਸਗਰੀ ਇੱਕ ਬਾਰੀ। ਹੁਣ ਇੱਕ ਵਾਰ ਹੀ ਉਖੜ ਗਈਆਂ ਜੜਾਂ। ਕਿਉਂਕਿ ਸੋਢੀ ਕੌਲ ਸਾਹਿਬ ਨੇ ਕਿਹਾ ਦਸਮ ਪਾਤਸ਼ਾਹ ਜੀ ਨੂੰ ਵੀ ਕਪੂਰੇ ਦੀਆਂ ਜੜਾਂ ਮੇਰੇ ਪੇਟ 'ਚ ਨੇ। ਸਾਹਿਬ ਜੀ ਕਹਿੰਦੇ ਫਿਰ ਤੇਰਾ ਪੇਟ ਵੀ ਫਟ ਜਾਊਗਾ।
ਗੁਰੂ ਤੋਂ ਵੱਡਾ ਥੋੜੀ ਹੈ ਕੋਈ। ਜੜ ਗਈ, ਪੋਤਰੇ ਮਾਰੇ ਗਏ, ਆਪਣੀ ਵੀ ਗਈ ਤੇ ਕਪੂਰੇ ਦੀ ਵੀ ਗਈ, ਦੋਵਾਂ ਦੀਆਂ ਗਈਆਂ। ਕਹਿੰਦੇ ਲੈ ਫਿਰ ਹੁਣ ਤੇਰਾ ਵੀ ਅੰਤ ਹੋ ਗਿਆ, ਮੇਰੇ ਤਾਂ ਪੁੱਤਰ ਮਰ ਗਏ, ਮੇਰੀ ਤਾਂ ਜੜ ਗਈ, ਪਰ ਰਹੇਗੀ ਤੇਰੀ ਕੀ ਵੀ ਨਹੀਂ, ਤੂੰ ਵੀ ਮਰੇਗਾ ਹੁਣ ਛੇਤੀ ਨਾਲ। ਪਾਣੀ ਦੇਵਾ ਰਹੇ ਨ ਕੋਈ, ਤੁਹਾਡੇ ਪਾਣੀ ਦੇਣ ਵਾਲਾ ਵੀ ਨਹੀਂ ਰਹਿਣਾ ਘਰ 'ਚ ਕੋਈ। ਹਿਮ ਸੰਕਟ ਵੱਡ ਤੁਮ ਕੋ ਹੋਈ, ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਵਿਪਤਾ ਪਵੇਗੀ। ਭਇਓ ਸ਼ਰਾਪ ਸੁਨ ਕੇ ਪਛਤਾਇਓ, ਜਦੋਂ ਸ਼ਰਾਪ ਸੁਣਿਆ ਤੇ ਬੜਾ ਪਛਤਾਇਆ। ਬਹੁ ਕੇਤਕ ਕਾਲ ਬਿਤਾਇਓ, ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ। ਈਸੇ ਖਾਨ ਮੰਝ ਚੜ ਆਇਓ, ਇਸੇ ਖਾਂ ਮੰਝ ਲੰਘਿਆ ਜਾ ਰਿਹਾ ਸੀ। ਘੇਰ ਕੋਟ ਤਿਨ ਜੰਗ ਮਚਾਇਓ, ਉਹਨੇ ਕੋਟ ਕਪੂਰੇ ਆ ਕੇ ਜੰਗ ਸ਼ੁਰੂ ਕਰ ਦਿੱਤਾ। ਏਲ ਕਾਲ ਕਰ ਚੜ ਗਏ ਸੂਰਾ, ਇਸੇ ਖਾਂ ਨੇ ਜਦੋਂ ਤਕੜਾ ਜਿਹਾ ਹਮਲਾ ਕਰਿਆ। ਆਸ ਪੁੰਜ ਮੈਂ ਦੁਰਿਓ ਕਪੂਰਾ, ਇਹ ਜਿਹੜਾ ਕਪੂਰਾ ਸੀ ਉਹ ਸਾਹਮਣੇ ਆਉਣ ਦੀ ਬਜਾਏ ਲੁਕ ਗਿਆ। ਫੂਸ ਪਿਆ ਸੀ ਇਕੱਠਾ ਕੀਤਾ ਹੋਇਆ, ਉਹਦੇ 'ਚ ਜਾ ਵੜਿਆ। ਈਸੇ ਖਾਨ ਪਨਿਓ ਵਿੱਚ ਅਹੈ, ਈਸੇ ਖਾਨ ਨੇ ਕਿਹਾ ਵੀ ਇਸੇ ਘਾਹ ਦੇ ਵਿੱਚ ਲੁਕਿਆ ਹੋਇਆ ਫੂਸ ਦੇ ਵਿੱਚ। ਖੋਜ ਲਿਓ ਨੈ ਭਾਗਨ ਲਏ, ਇਹਨੂੰ ਭੱਜਣ ਨਹੀਂ ਦੇਣਾ, ਲੱਭੋ ਇਹਨੂੰ ਫੂਸ ਦੇ ਵਿੱਚੋਂ। ਉਹ ਸਾਰੇ ਉਰੇ ਪਰੇ ਕਰਿਆ ਤੇ ਲੱਭ ਲਿਆ। ਜਿਵੇਂ ਕੁੱਤਾ ਨਹੀਂ ਲੁਕ ਜਾਂਦਾ ਫੂਸ ਦੇ ਵਿੱਚ, ਉਸੇ ਤਰ੍ਹਾਂ ਹੀ ਲੁਕਿਆ। ਕਿਹਾ ਸੀ ਕਲਗੀਧਰ ਪਾਤਸ਼ਾਹ ਜੀ ਨੇ, ਕਹਿੰਦੇ ਤੂੰ ਕਪੂਰਾ ਕਿ ਕਤੂਰਾ ਹੈ, ਚੌਂ ਚੌਂ ਕਰੀ ਜਾਂਦਾ, ਡਰੀ ਜਾਂਦਾ। ਉਹੀ ਹਾਲ ਬਣਿਆ, ਲੁਕ ਗਿਆ। ਇਸੇ ਖਾਂ ਦੀਆਂ ਫੌਜਾਂ ਨੇ ਕੱਢ ਲਿਆ ਇਸ ਨੂੰ। ਕਿਤੇ ਉਤ ਖੋਜਿਓ ਲਿਓ ਨਿਕਾਸ, ਉਧਰ ਲੱਭ ਕੇ ਫੜ ਲਿਆ। ਕਹਿ ਕਰ ਆਨਿਓ ਤੂਰਨ ਪਾਸ, ਪਕੜ ਕੇ ਸਿਪਾਹੀਆਂ ਨੇ ਨਾਲ ਦੀ ਨਾਲ ਲਿਆਂਦਾ। ਦੇਖ ਪਠਾਨ ਪਨਿਓ ਤੂੰ ਸੂਰਾ, ਫਿਰ ਈਸੇ ਖਾਂ ਨੇ ਉਹੀ ਗੱਲ ਕਹੀ, ਕਹਿੰਦਾ ਓਏ ਕਪੂਰਿਆ ਤੂੰ ਤਾਂ ਬੜਾ ਸੂਰਮਾ ਸਮਝਦਾ ਸੀ ਆਪਣੇ ਆਪ ਨੂੰ, ਸ਼ਰੀਕਾਂ ਨੂੰ ਮਾਰਨ ਦੇ ਵਿੱਚ ਸੂਰਮਤਾ ਹੀ ਹੁੰਦੀ ਹੈ। ਮਾਰਨਾ ਸੌਖਾ ਹੁੰਦਾ, ਸ਼ਰੀਕਾਂ ਨੂੰ ਪਤਾ ਹੁੰਦਾ ਹੈ। ਦੁਸ਼ਮਣ ਦੇ ਨਾਲ ਲੜ ਕੇ ਵੇਖੋ ਕੀ ਹੁੰਦਾ ਹੈ। ਕਾਹਦੀ ਸੂਰਮਤਾਈ ਹੈ ਤੇਰੀ, ਤੂੰ ਆਇਆ ਹੀ ਨਹੀਂ ਸਾਹਮਣੇ ਲੜਨ ਵਾਸਤੇ, ਪਹਿਲਾਂ ਹੀ ਲੁਕ ਗਿਆ ਤੂੰ। ਪਠਾਨ ਈਸੇ ਖਾਂ ਨੇ ਲਾਹਣਤਾਂ ਪਾਈਆਂ ਕਪੂਰੇ ਨੂੰ। ਇੱਲਾ ਕੁੱਕੜ ਵਾਂਗ ਕਪੂਰਾ, ਤੂੰ ਤਾਂ ਇੱਲਾਂ ਦੀ ਤਰ੍ਹਾਂ ਹੈ, ਕੁੱਕੜਾਂ ਦੀ ਤਰ੍ਹਾਂ ਹੈ। ਬਾਜ ਰਖਨ ਕੋ ਲਾਜ ਲਗਾਈ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਤੂੰ ਤਾਂ ਬਾਜ ਰੱਖੀ ਫਿਰਦਾ, ਸ਼ਿਕਾਰੀ ਕੁੱਤੇ ਰੱਖੀ ਫਿਰਦਾ। ਕੀ ਇਹ ਇੱਲਾਂ ਨੇ ਕੁੱਕੜ ਨੇ ਰੱਖੇ ਹੋਏ ਤੇਰੇ ਕੋਲ, ਕਿ ਬਾਜ ਨੇ? ਇਹ ਕਾਹਦੀ ਸੂਰਮਤਾਈ ਤੇਰੀ? ਘੋੜੇ ਰੱਖੇ, ਸ਼ਾਸਤਰ ਰੱਖੇ, ਸੋ ਜਦੋਂ ਕੁਝ ਕਰਨਾ ਹੀ ਨਹੀਂ ਹੈ ਫਿਰ ਇਹ ਚੀਜ਼ਾਂ ਦਿਖਾਉਣ ਵਾਸਤੇ ਰੱਖੀਆਂ ਹੋਈਆਂ। ਹਿੰਮਤ ਤਾਂ ਹੈ ਨਹੀਂ ਤੇਰੇ ਵਿੱਚ। ਇਉਂ ਈਸੇ ਖਾਂ ਲਾਹਣਤਾਂ ਪਾਉਂਦਾ। ਇਮ ਕਹਿ ਕੇ लिए ਕੈਦ ਕਰਾਈ, ਕਿਹਾ ਵੀ ਪਕੜ ਲਓ ਇਹਨੂੰ, ਬੰਨ ਲਓ ਹੁਣ, ਕਿਉਂਕਿ ਹਾਰ ਚੁੱਕਿਆ। ਹਾਰੇ ਹੋਏ ਨੂੰ ਕਾਬੂ ਕਰ ਲਿਆ। ਈਸੇ ਖਾਨ ਕੂਚ ਕਰ ਦੀਨ, ਉਸ ਤੋਂ ਬਾਅਦ ਈਸੇ ਖਾਂ ਅੱਗੇ ਚੱਲ ਪੈਂਦਾ। ਜਿਦ ਜਾਨੋ ਸੋ ਮਾਰ ਗਲੀਨ, ਜਿਹੜੇ ਪਾਸੇ ਉਹਦੇ ਜਾਣਾ ਸੀ ਉਧਰ ਨੂੰ ਤੁਰ ਪਿਆ। ਹਿਰਦੇ ਵਿਚਾਰ ਕਰਤ ਪਾ ਮਹਾ, ਪੜਾ ਤੇ ਜਾ ਕੇ ਜਦੋਂ ਉਹਨੇ ਵੇਖਿਆ, ਧਿਆਨ ਗਿਆ, ਤਾਂ ਸੋਚਦਾ ਕਪੂਰੇ ਬਾਰੇ। ਇਸ ਪਕੜੇ ਹੋਏ ਹਾਸਲ ਕਹਾਂ, ਵੀ ਮੈਂ ਇਹਨੂੰ ਪਕੜਿਆ ਹੈ, ਪਰ ਮੈਨੂੰ ਹਾਸਲ ਕੀ ਹੋਣਾ ਇਹਨੂੰ ਪਕੜ ਕੇ? ਮਿਲਣਾ ਤਾਂ ਕੁਝ ਹੈ ਨਹੀਂ, ਕੀ ਲੈਣਾ ਇਹੋ ਜਿਹੇ ਬੰਦੇ ਕੋਲੋਂ? ਪੱਲੇ ਤਾਂ ਕੁਝ ਹੈ ਨਹੀਂ, ਇਹਦੇ ਸੁਰਮਤਾਈ ਤਾਂ ਹੈ ਨਹੀਂ, ਕਿਆ ਲੈਣਾ ਮੈਂ ਇਹਦੇ ਕੋਲੋਂ? ਲਾਲ ਉਜਾਰ ਵਿਖੇ ਇੱਕ ਹੀਰਾ, ਉਸ ਵਕਤ ਉਹਨੇ ਨਾਲ ਹੀ ਵੇਖਿਆ
ਕਿ ਕਤਾਲ ਸਰੋਵਰ ਸੁੱਕਾ ਪਿਆ ਸੀ। ਹਰੇ ਹੋਏ ਬੋਲਿਓ ਤਿਸ ਬੇਰਾ, ਖੜ ਕੇ ਇਸੇ ਕਾਂ ਲੱਗਿਆ ਕਹਿਣ, ਲਾ ਦਿਓ ਸੰਗ ਜਾਟ ਕਿਆ ਦੇ। ਓਏ ਨੂੰ ਬਰਾੜ ਨੂੰ ਬੰਨੀ ਫਿਰਦੇ ਹੋ, ਕੀ ਲੈਣਾ ਆਪਾਂ ਨੇ ਇਹਦੇ ਕੋਲੋਂ। ਆਛੀ ਬਾਤ ਨ ਚੋਰਨ ਏ, ਪਰ ਇਹਨੂੰ ਛੱਡਣਾ ਵੀ ਚੰਗਾ ਨਹੀਂ ਹੈ, ਇਹ ਵੀ ਨਹੀਂ ਠੀਕ, ਦੁਸ਼ਮਣ ਹੈ, ਵੀ ਇਹਨੂੰ ਛੱਡ ਦਿੱਤਾ ਜਾਵੇ। ਜਾਂ ਤੇ ਇਹ ਦਰਖਤ ਜੋ ਖਰੋ, ਕਦੇ ਐ ਕਰੋ ਵੀ ਆ ਜਿਹੜਾ ਦਰਖਤ ਖੜਿਆ ਹਾਏ ਇਸੇ ਚੜਾਵਨ ਕਰੋ। ਐ ਕਰੋ ਇਹਦੇ ਤੇ ਚਾੜ ਦਿਓ ਇਸ ਨੂੰ ਫਾਹੇ। ਸੁਨ ਪਠਾਨ ਕੋ ਹੁਕਮ ਸਿਧਾਏ, ਪਠਾਨ ਦਾ ਹੁਕਮ ਸੁਣਿਆ ਤੇ ਨਾਲ ਦੇ ਸਾਥੀ ਸਿਪਾਹੀ ਚੱਲੇ ਕੇ ਨਾਲ। ਹਾਏ ਹੇਤ ਕਪੂਰਾ ਲਿਆਏ, ਆਏ ਦੇਣ ਵਾਸਤੇ ਕਪੂਰੇ ਨੂੰ ਲਿਆਂਦਾ। ਦੇਖ ਮਹਾ ਦੁਖ ਪਾਏ ਬਖਾਨਾ, ਉਸ ਵਕਤ ਹੁਣ ਬੜਾ ਦੁਖੀ ਹੋ ਰਿਹਾ ਕਿ ਮੌਤ ਸਾਹਮਣੇ ਆ ਗਈ ਨਾ। ਕਹਿਣਾ ਸੌਖਾ ਹੈ ਕਿ ਆਪਾਂ ਕਿਹੜੇ ਮਰਨ ਤੋਂ ਡਰਦੇ ਆਂ, ਪਰ ਜਦੋਂ ਥੋੜਾ ਜਿਹਾ ਝਲਕਾਰਾ ਪੈਂਦਾ ਤੇ ਹਿੱਲ ਜਾਂਦਾ, ਸਾਰੇ ਹਿੱਲ ਜਾਂਦੇ, ਵੱਡੇ ਵੱਡੇ ਹਿੱਲ ਜਾਂਦੇ। ਕਹਿਣਾ ਸੌਖਾ ਹੈ। ਸੋਣ ਮੌਤ ਸਾਹਮਣੇ ਆਈ, ਹਿੱਲ ਗਿਆ, ਬੜਾ ਦੁਖੀ ਹੋ ਰਿਹਾ। ਇਹ ਵੀ ਪਤਾ ਵੀ ਹੁਣ ਉਹਨਾਂ ਨੇ ਕਿਹੜੇ ਛੱਡਣਾ, ਦੁਸ਼ਮਣ ਨੇ ਛੱਡਣਾ ਥੋੜੀ ਹੈ। ਤਾਂ ਫਿਰ ਦੁਖੀ ਬਹੁਤ ਹੈ ਤੇ ਕਹਿਣ ਲੱਗਿਆ, ਕਰਨ ਦਿਓ ਮੁਝ ਇਹਾਂ ਸ਼ਨਾਨਾ। ਕਹਿੰਦਾ ਵੀ ਐਂ ਕਰੋ ਵੀ ਫਾਹੇ ਦੇਣ ਤੋਂ ਪਹਿਲਾਂ ਨਾ ਮੈਨੂੰ ਨਹਾ ਲੈਣ ਦਿਓ। ਬਦਨ ਤੋਂ ਬਰਾ ਫੇਰ ਚੜਾਏ, ਉਸ ਤੋਂ ਬਾਅਦ ਫਿਰ ਮੇਰੇ ਨਾਲ ਮੂੰਹ ਦੇ ਉੱਤੇ ਤੁਸੀਂ ਤੋਬਰਾ ਚਾੜ ਦੇਣਾ। ਮਹਾ ਦਿਓ ਬੋਰ ਇਸ ਥਾਏ, ਤੇ ਫਾਹੇ ਮੈਨੂੰ ਟੰਗ ਦਿਓ, ਕੋਈ ਗੱਲ ਨਹੀਂ, ਤਾਂ ਮੈਨੂੰ ਪਹਿਲਾਂ ਹੀ ਪਤਾ ਵੀ ਮੇਰਾ ਇਹ ਹਾਲ ਹੋਣਾ ਹੀ ਸੀ, ਪਤਾ ਹੀ ਹੈ ਮੈਨੂੰ। ਪਰ ਆ ਦੋ ਗੱਲਾਂ ਕਰਨ ਦਿਓ, ਮੈਨੂੰ ਨਹਾ ਲੈਣ ਦਿਓ ਤੇ ਤੋਬਰਾ ਚਾੜ ਦਿਓ ਮੂੰਹ ਦੇ ਉੱਤੇ ਮਾਰਨ ਤੋਂ ਪਹਿਲਾਂ। ਕਿਸ ਨਰ ਬੂਝਿਓ ਕਿਉਂ ਕਹਿ ਐਸੇ, ਨਾਲ ਦੇ ਜਿਹੜੇ ਬੰਦੇ ਸਨ ਇਸੇ ਕਾਂ ਦੇ, ਉਹ ਪੁੱਛਣ ਲੱਗੇ, ਕਹਿੰਦੇ ਵੀ ਕਪੂਰਿਆ ਵੀ ਆ ਗੱਲਾਂ ਤੂੰ ਕਿਉਂ ਕਰਦਾ? ਵਾਜਬ ਨਾਏ ਤੋਬਰਾ ਕੈਸੇ। ਚਲੋ ਨਹਾਉਣਾ ਤਾਂ ਕਹਿੰਦੇ ਜਾਇਜ਼ ਹੈ ਵੀ ਨਹਾ ਲੈ, ਕੋਈ ਗੱਲ ਨਹੀਂ, ਪਰ ਆ ਤੋਬਰੇ ਵਾਲੀ ਗੱਲ ਕਿਉਂ ਕਰਦਾ? ਇਨਕੇ ਨਿਕਟ ਬਤਾਵਨ ਕੀਨ, ਫਿਰ ਉਹਨੇ ਦੱਸਣਾ ਕੀਤਾ, ਮੇਰੇ ਗੁਰੂ ਸਰਾਪ ਇਮਦੀਨ। ਕਹਿੰਦਾ ਵੀ ਇਹ ਗੁਰੂ ਨੇ ਨਾ ਮੈਨੂੰ ਬਚਨ ਕੀਤਾ ਹੋਇਆ ਹੈ ਕਿ ਤੇਰਾ ਅਖੀਰ ਜਿਹੜਾ ਇਸ ਤਰ੍ਹਾਂ ਹੋਣਾ, ਤੇ ਮੈਂ ਕਹਿੰਦਾ ਵੀ ਉਹ ਬਚਨ ਪੂਰਾ ਹੋ ਜਾਵੇ। ਗੁਰੂ ਦਾ ਬਚਨ ਫੇਰ ਵੀ ਯਾਦ ਹੈ, ਗੁਰੂ ਦਾ ਬਚਨ ਹੈ ਤੇ ਉਹ ਪੂਰਾ ਹੋ ਜਾਣ ਦਿਓ। ਇਹ ਤੋਬਰਾ ਬਦਨ ਚੜਾਏ, ਕਿ ਗੁਰੂ ਦਾ ਹੁਕਮ ਸੀ ਵੀ ਤੈਨੂੰ ਮਾਰਨਗੇ ਤੁਰਕ ਤੇ ਨਾਲੇ ਤੋਬਰਾ ਪਾ ਕੇ ਤੇਰੇ। ਇਹ ਗੁਰੂ ਦਾ ਬਚਨ ਹੋਇਆ ਹੈ ਵੀ ਤੇਰੀ ਮੌਤ ਇਸ ਤਰ੍ਹਾਂ ਹੋਊਗੀ। ਜਿਨ੍ਹਾਂ ਤੁਰਕਾਂ ਤੋਂ ਤੂੰ ਡਰਦਾ ਹੈ ਨਾ ਵੀ ਆ ਕਿਲਾ ਦੇ ਨਹੀਂ ਸਕਦਾ ਜੀ, ਉਹ ਆ ਕੇ ਮੈਨੂੰ ਮਾਰਨਗੇ। ਸਾਹਿਬ ਜੀ ਕਹਿੰਦੇ ਮਾਰਨਗੇ ਤਾਂ ਤੈਨੂੰ ਹੋਈ, ਤੋਬਰਾ ਪਾ ਕੇ ਮਾਰਨਗੇ। ਸੋ ਗੁਰੂ ਦਾ ਜਿਹੜਾ ਬਚਨ ਹੋਇਆ ਹੈ, ਮਹਾਦੇਹ ਤੁਰਕ ਮਰਵਾਏ। ਬਚਨ ਸੀ ਗੁਰੂ ਦਾ ਤੇ ਉਹ ਪੂਰਾ ਹੋਣ ਲੱਗਿਆ। ਹੁਣ ਅਪਰ ਬਾਤ ਸਗਰੀ ਬਨ ਆਈ, ਹੋਰ ਤਾਂ ਸਾਰੀਆਂ ਗੱਲਾਂ ਬਣ ਆਈਆਂ, ਤੁਰਕ ਹੀ ਨੇ ਮੈਨੂੰ ਮਾਰਨ ਵਾਲੇ। ਨਹੀਂ ਤੋਬਰਾ ਤੁਮੋ ਅਨਾਈ, ਪਰ ਹਾਲੇ ਤੱਕ ਤੁਸੀਂ ਤੋਬਰਾ ਮੰਗਵਾਇਆ ਨਹੀਂ। ਮਾਰਨ ਤੋਂ ਪਹਿਲਾਂ ਮੇਰੇ ਸਾਹਮਣੇ ਤੋਬਰਾ ਮੰਗਵਾ ਲਓ। ਸੋ ਮੰਗਵਾਏ ਦਿਓ ਮੁਝ ਫਾਂਸੀ, ਉਹ ਮੰਗਾ ਕੇ ਹੀ ਮੈਨੂੰ ਫਾਹੇ ਟੰਗਣਾ ਤੁਸਾਂ ਨੇ। ਪੂਰੋ ਬਾਕ ਗੁਰੂ ਅਬਿਨਾਸ਼ੀ, ਕਿਉਂਕਿ ਸਤਿਗੁਰਾਂ ਜੀ ਦਾ ਜਿਹੜਾ ਬਚਨ ਹੈ ਉਹ ਵਿਨਾਸ਼ੀ ਹੈ, ਨਾਸ਼ ਨਹੀਂ ਹੋਣ ਵਾਲਾ। ਗੁਰੂ ਦਾ ਬਚਨ ਕਦੇ ਝੂਠਾ ਨਹੀਂ ਹੁੰਦਾ, ਸੱਚ ਹੁੰਦਾ ਹੈ। ਸੁਨ ਕੇ ਤੁਰਕ ਤਥਾਈ ਕੀਨ, ਸਿਆਣੇ ਬੰਦੇ ਸਨ, ਉਹ ਕਹਿੰਦੇ ਵੀ ਕੋਈ ਗੱਲ ਨਹੀਂ,
ਆਪਾਂ ਨੂੰ ਇਹਦੇ 'ਚ ਕੀ ਲੱਗਦਾ? ਆ ਘੋੜੇ ਹੈਗੇ ਨੇ, ਘੋੜਿਆਂ ਦੇ ਤੋਬਰਾ ਪਾਇਆ ਹੁੰਦਾ, ਜਿਹੜਾ ਝੋਲਾ ਆ ਉਹਦੇ ਪਾ ਦਿੰਦੇ ਨੇ ਗਲ 'ਚ, ਉਹਦੇ 'ਚ ਆਪਣਾ ਖਾਂਦਾ ਰਹਿੰਦਾ ਖੁਰਾਕ, ਉਹ ਤੋਬਰਾ ਹੁੰਦਾ। ਕਹਿੰਦੇ ਚਲੋ ਕੋਈ ਨਹੀਂ, ਇੱਕ ਲਿਆ ਦਿਓ, ਘੋੜੇ ਦਾ ਲਾ ਲਿਓ ਭਾਈ, ਕਿਹੜੇ ਦੂਰ ਜਾਣਾ, ਕਿਹੜੇ ਮੁੱਲ ਖਰੀਦਣਾ। ਲਿਆਂਦਾ ਤੋਬਰਾ ਲਾ ਕੇ ਘੋੜੇ ਤੋਂ, ਇਹ ਤੋਬਰਾ ਮੁਖ ਵਿੱਚ ਦੀਨ, ਫਿਰ ਉਹਦੇ ਮੂੰਹ ਦੇ ਉੱਪਰ ਪਾ ਦਾ ਗਲੇ 'ਚ, ਜਿਵੇਂ ਫਾਂਸੀ ਦੇਣ ਵਾਲੇ ਪਾਉਂਦੇ ਨੇ ਕਾਲਾ ਕੱਪੜਾ ਉੱਪਰ, ਉਹ ਪਾਤਾ। ਲੁਕੋਤਾ ਮੂੰਹ ਇਸ ਦਾ, ਪਾਏ ਜੇਵਰਾ ਗਰ ਲਟਕਾਇਓ, ਗਲ 'ਚ ਰੱਸਾ ਪਾ ਕੇ ਦਰਖਤ ਦੇ ਨਾਲ ਲਟਕਾ ਦਿੱਤਾ। ਇਮ ਅਵਗਤ ਲੈ ਪ੍ਰਾਨ ਗਵਾਇਓ, ਪਾਤਸ਼ਾਹ ਇਸ ਤਰ੍ਹਾਂ ਉਹਦੀ ਆਵਗਤੀ ਹੋਈ, ਪ੍ਰਾਣ ਗਵਾ ਗਿਆ। ਜਿਹਨੂੰ ਆਮ ਬੋਲੀ 'ਚ ਕਹਿੰਦੇ ਵੀ ਆਣਾ ਹੀ ਮੌਤ, ਮਰ ਗਿਆ, ਲੋਕਾਂ ਦਾ ਵਿਚਾਰ ਹੈ। ਸੋ ਇਸ ਤਰ੍ਹਾਂ ਆਵਗਤ ਗਤੀ ਨੂੰ ਪ੍ਰਾਪਤ ਹੋਇਆ, ਭਾਵ ਉਹ ਮੌਤ ਤੇ ਮਰਿਆ ਹੈ ਜਿਹੜਾ ਮਰਨਾ ਨਹੀਂ ਜਿਹੇ ਚਾਹੀਦਾ। ਇੱਕ ਸੂਰਮਾ, ਸੂਰਮਾ ਲੜ ਕੇ ਮਰੇ ਠੀਕ ਹੈ, ਪਰ ਫਾਹੇ ਦਿੱਤਾ ਜਾਵੇ ਸੂਰਮੇ ਨੂੰ, ਉਹ ਫਿਰ ਕਾਹਦਾ ਸੂਰਮਾ? ਇਹ ਜਿਹੜੀਆਂ ਫਾਂਸੀ ਦੀਆਂ ਸਜ਼ਾਵਾਂ ਇਹ ਤਾਂ ਜਿਨ੍ਹਾਂ ਲੋਕਾਂ ਨੇ ਪਾਪ ਕੀਤੇ ਹੁੰਦੇ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ। ਸੂਰਮਾ ਨਹੀਂ ਇਸ ਤਰ੍ਹਾਂ ਮਰਨਾ ਚਾਹੀਦਾ, ਸੂਰਮਾ ਮੈਦਾਨੇ ਜੰਗ ਮਰਨਾ ਚਾਹੀਦਾ ਸੀ, ਪਰ ਇਹੋ ਜਿਹੀ ਮੌਤ ਉਹਨੂੰ ਨਹੀਂ ਸੀ ਮਿਲਣੀ ਚਾਹੀਦੀ। ਇਸ ਤਰ੍ਹਾਂ ਲੋਕਾਂ ਨੇ ਮਹਿਸੂਸ ਕਰਿਆ, ਕਹਿੰਦੇ ਪਾਤਸ਼ਾਹ ਆ ਮੌਤ ਮਰਿਆ ਉਹ ਜਿਹੜਾ ਆਪਣੇ ਆਪ ਨੂੰ ਕਪੂਰਾ ਕੁਹਾਂਦਾ ਸੀ। ਕੋਟ ਨਾਮ ਕਿਲੇ ਦਾ ਇਲਾਕਾ ਇਹਨਾਂ ਦਾ, ਤੇ ਸੂਰਮੇ ਰੱਖਣੇ ਨਾਲ 300 ਬੰਦਾ ਤੁਰਦਾ ਨਾਲ, ਤੇ ਬਾਹੇ ਜੜਤਾ। ਐ ਨਹੀਂ ਸੀ ਹੋਣਾ ਚਾਹੀਦਾ ਉਹਦੇ ਨਾਲ। ਰਾਵਰ ਕੋ ਜੋ ਹੁਕਮ ਨ ਮਾਨਾ, ਸਤਿਗੁਰੂ ਹੁਣ ਜਿਹੜਾ ਤੁਹਾਡਾ ਹੁਕਮ ਨਹੀਂ ਮੰਨਦਾ, ਇਸ ਤਰ੍ਹਾਂ ਨਹੀਂ ਸੀ ਹੁੰਦਾ। ਜੇ ਕਿਤੇ ਤੁਹਾਡਾ ਹੁਕਮ ਮੰਨ ਲੈਂਦਾ, ਮਹਾਮੂੜ ਲੈ ਕਸ਼ਟ ਮਾਨਾ, ਇਸ ਤਰ੍ਹਾਂ ਮਹਾਮੂੜ ਜਿਹੜੇ ਮੂਰਖ ਹੁੰਦੇ ਹਨ ਦੁਖੀ ਹੁੰਦੇ ਨੇ ਗੁਰੂ ਦਾ ਬਚਨ ਨਾ ਮੰਨਣ ਕਰਕੇ। ਜੇ ਸਤਿਗੁਰਾਂ ਜੀ ਦੇ ਬਚਨ ਮੰਨਣ ਵਿੱਚ ਸੁੱਖ ਹੈ ਨਾ, ਤਾਂ ਨਾ ਮੰਨਣ ਦੇ ਵਿੱਚ ਦੁੱਖ ਵੀ ਤਾਂ ਹੈਗਾ ਨਾ। ਗੁਰਮੁਖ ਸੁਖੀਆ, ਮਾਨਮੁਖ ਦੁਖੀਆ। ਹੁਣ ਜਿਹੜਾ ਤਾਂ ਗੁਰੂ ਦੇ ਅਨੁਸਾਰ ਹੀ ਹੈ ਉਹ ਤਾਂ ਸੁਖੀ ਹੈ, ਕਿਉਂਕਿ ਉਹਦਾ ਮੁਖ ਗੁਰੂ ਵੱਲ ਹੈ। ਪਰ ਜਿਹਦਾ ਮੁਖ ਆਪਣੇ ਮਨ ਵੱਲ ਹੈ ਉਹ ਤਾਂ ਫਿਰ ਦੁਖੀ ਹੈ ਨਾ। ਸੋ ਭਾਈ ਜਿਹੜਾ ਸਤਿਗੁਰਾਂ ਜੀ ਦਾ ਬਚਨ ਨਹੀਂ ਮੰਨਦਾ, ਫਿਰ ਉਹ ਇਸ ਤਰ੍ਹਾਂ ਦੁਖੀ ਹੁੰਦਾ ਹੈ ਤੇ ਦੁਖੀ ਰਹਿੰਦਾ ਹੈ, ਤੇ ਦੁੱਖਾਂ ਦੇ ਵਿੱਚ ਹੀ ਮਰ ਜਾਂਦਾ ਹੈ। ਸੁੱਖ ਨਹੀਂ ਉਹਨੂੰ ਕਦੇ ਵੀ ਮਿਲਦਾ। ਨਹੀਂ ਬਚਨ ਮੰਨਿਆ ਸਤਿਗੁਰਾਂ ਜੀ ਦਾ, ਇਉਂ ਦੁਖੀ ਹੁੰਦੇ ਹਨ। ਸੁਨ ਸਤ ਗੁਰਮੁਖ ਤੂਸ਼ਨ ਤਾਰੀ, ਸਤਿਗੁਰੂ ਜੀ ਸੁਣ ਕੇ ਚੁੱਪ ਹੀ ਹਨ। ਬਾਕ ਅਮੋਗ ਟਰੇ ਨੇ ਟਾਰੀ, ਕਿਉਂਕਿ ਸਤਿਗੁਰਾਂ ਜੀ ਦਾ ਬਚਨ ਭਾਈ ਜਿਹੜਾ ਉਹ ਅਮੋਗ ਤੀਰ ਦੀ ਨਿਆਈ ਆ। ਉਹ ਤੀਰ ਜਿਹੜਾ ਆਪਣੇ ਨਿਸ਼ਾਨੇ ਤੇ ਲੱਗਣਾ ਹੀ ਲੱਗਣਾ, ਪੱਕਾ ਨਿਸ਼ਾਨਾ ਉਰੇ ਪਰੇ ਹੋ ਸਕਦਾ ਹੈ, ਪਰ ਜੋ ਸਤਿਗੁਰਾਂ ਜੀ ਦਾ ਬਚਨ ਹੈ ਉਹ ਅਟਲ ਹੈ। ਇੱਕ ਸਾਧ ਬਚਨ ਅਟਲਾਦਾ, ਗੁਰੂ ਦਾ ਬਚਨ ਅਟਲ ਹੈ, ਜੋ ਕਹਿਤਾ ਹੋਣਾ ਹੀ ਹੋਣਾ। ਆਪਾਂ ਤਾਂ ਹੋਰੇ ਸਾਧਾਂ ਦੇ ਨਾਲ ਜੋੜਤਾ ਇਹਨੂੰ, ਪਰ ਸਾਧ ਗੁਰੂ ਵਾਸਤੇ ਸ਼ਬਦ ਵਰਤਿਆ ਇਹ। ਗੁਰੂ ਦਾ ਬਚਨ ਅਟਲ ਹੈ, ਸਭ ਕੁਝ ਉਹਦੇ ਪਰੇ ਹੋ ਜਾਏਗਾ, ਪਰ ਗੁਰੂ ਦਾ ਬਚਨ ਨਹੀਂ ਟਲਣਾ। ਬ੍ਰਹਮ ਅਸਤਰ ਰਘੁਬਰ ਸਰ ਸੰਗਾ, ਸਮੇਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਸ਼੍ਰੀ ਰਾਮਚੰਦਰ ਜੀ ਦਾ ਤੀਰ ਹੈ, ਬ੍ਰਹਮ ਅਸਤਰ ਆਦਿਕ, ਭਇਓ ਨ ਨਿਸ਼ਫਲ ਸ਼ਤਰੁਨ ਭੰਗਾ। ਹੋ ਸਕਦਾ ਉਹਨਾਂ ਨੇ ਕੰਮ ਕੀਤਾ ਨਹੀਂ ਕੀਤਾ, ਪਰ ਗੁਰੂ ਜੀ ਦਾ ਬਚਨ ਕੰਮ ਕਰ ਰਿਹਾ ਅੱਜ ਵੀ। ਨਹੀਂ ਸਮਰੱਥ ਹਟਾਵਨ ਕੋਈ, ਕਿਸੇ ਦੇ ਵਿੱਚ ਸਮਰੱਥਾ ਨਹੀਂ ਹੈ ਵੀ ਜਿਹੜਾ ਸਤਿਗੁਰਾਂ ਜੀ ਦੇ ਬਚਨਾਂ ਨੂੰ ਹਟਾ ਦੇਵੇ, ਟਾਲ ਦੇਵੇ। ਕਿਸੇ ਵਿੱਚ ਸਮਰੱਥਾ ਨਹੀਂ ਹੈ। ਜਿਹੜਾ ਗੁਰੂ ਦਾ ਬਚਨ ਹੈ ਉਹ ਹਰ ਹਾਲਤ ਦੇ ਵਿੱਚ ਮੰਨਣਾ ਹੀ ਪੈਣਾ। ਗੁਰੂ ਦੇ ਬਚਨ ਅਟਲ ਨੇ ਭਾਈ, ਨਹੀਂ ਕੋਈ ਟਾਲ ਸਕਦਾ। ਕੋਟ ਸੁਮੇਰ ਨ ਬਚਬੋ
ਹੋਈ। ਕਹਿੰਦੇ ਸੁਮੇਰ ਪਰਬਤ ਵੀ ਨਹੀਂ ਬਚ ਸਕਦਾ ਸਤਿਗੁਰਾਂ ਜੀ ਦੇ ਬਚਨਾਂ ਤੋਂ, ਜਿਹਨੂੰ ਕਹਿੰਦੇ ਵੀ ਹਿੱਲਦਾ ਨਹੀਂ, ਪਰ ਗੁਰੂ ਜੀ ਦੇ ਬਚਨਾਂ ਦੇ ਸਾਹਮਣੇ ਉਹ ਵੀ ਹਿੱਲੇਗਾ। ਸੁਨ ਬੈਰਾੜ ਤਰਾਸ ਕੇ ਸਾਥ। ਜਿਹੜੇ ਕੋਲ ਬੈਠੇ ਸਨ ਨਾ ਬਰਾੜ, ਉਹ ਫਿਰ ਡਰ ਗਏ ਕਿ ਭਾਈ ਬਚ ਕੇ ਰਹਿਣਾ ਚਾਹੀਦਾ, ਫਿਰ ਆਪਾਂ ਨੂੰ ਵੀ ਜਾਂ ਕਪੂਰੇ ਨਾਲ ਇੰਨਾ ਕੁਝ ਹੋ ਗਿਆ, ਫਿਰ ਆਪਣੇ ਨਾਲ ਕਿਹੜੇ ਨਹੀਂ ਹੋ ਸਕਦਾ। ਸਭ ਨਾਲ ਦੋਵੇਂ ਬਚਨ ਆਉਂਦੇ ਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਾਲ ਹੀ ਕਿਹਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾ ਜਾਂਦਾ, ਉਹ ਵੀ ਬਚਨ ਨਾਲ ਹੀ ਹੈ। ਖਿਨਵੇਂ ਥਾਪੋ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ, ਇੱਕ ਛਿੰਨ ਦੇ ਵਿੱਚ। ਸੋ ਭਾਈ ਡਰ ਚੰਗਾ ਹੈ, ਭੈ ਚ ਰਹਾਂਗੇ ਤਾਂ ਜੀਵਨ ਸੁਖਦਾਈ, ਡਰ ਖਤਮ ਹੋ ਗਿਆ ਤੇ ਦੁਖਦਾਈ। ਇਸ ਲਈ ਸਾਰੇ ਬਰਾੜ ਡਰ ਗਏ ਫਿਰ ਕਿ ਸਾਡੇ ਭਰਾ ਦੇ ਨਾਲ ਆ ਕੁਝ ਹੋ ਗਿਆ ਤੇ ਫਿਰ ਸਾਡੇ ਨਾਲ ਵੀ ਹੋ ਹੀ ਸਕਦਾ ਇਹ। ਡਰ ਗਏ ਸਾਰੇ ਸੁਣ ਕੇ। ਸ਼ਰਧਾ ਸਹਿਤ ਨਿਵਾਵੇਂ ਮਾਤ। ਹੁਣ ਥੋੜਾ ਜਿਹਾ ਭਾਵਨਾ ਦੇ ਨਾਲ ਮੱਥਾ ਟੇਕਣ ਲੱਗ ਪਏ ਸਤਿਗੁਰਾਂ ਜੀ ਨੂੰ। ਡਰ ਬੈਠ ਗਿਆ ਅੰਦਰ, ਜਿਹੜੀਆਂ ਪਹਿਲਾਂ ਅੰਦਰ ਗੱਲਾਂ ਸਨ ਨਾ ਮਨ ਦੇ ਵਿੱਚ, ਉਹ ਸਾਰੀਆਂ ਖਤਮ ਹੋ ਗਈਆਂ ਤੇ ਹੁਣ ਭਾਵਨਾ ਦੇ ਨਾਲ ਨਮਸਕਾਰ ਕਰਦੇ। ਕੀ ਚਿਤ ਦਿਵਸ ਬਿਤੇ ਤੈ ਔਰ। ਇਸ ਤਰ੍ਹਾਂ ਕੁਝ ਦਿਨ ਹੋਰ ਲੰਘ ਜਾਂਦੇ ਹਨ। ਬਸੇ ਪ੍ਰਭੂ ਸੋਢੀ ਸਿਰ ਮੋਰ। ਸਤਿਗੁਰੂ ਜੀ ਇੱਥੇ ਰਹਿ ਰਹੇ ਹਨ। ਅਬੈ ਰਾਮ ਬੜ ਸ਼ੋਕ ਭਇਓ ਹੈ। ਜਿਹੜਾ ਭੈ ਰਾਮ ਹੈ, ਜਿਹਦੇ ਪੁੱਤਰ ਮਾਰੇ ਗਏ, ਉਹਨੂੰ ਬਹੁਤ ਦੁੱਖ ਹੈ। ਜਿਹੜਾ ਮਨੁੱਖ ਮੋਹ ਦੇ ਵਿੱਚ ਜੂ ਰਿਹਾ ਉਹਨੂੰ ਦੁੱਖ ਹੈਗਾ ਹੀ ਹੈਗਾ। ਜਿਹੜਾ ਮੋਹ ਤੋਂ ਪਰੇ ਹੈ ਉਹਨੂੰ ਕੋਈ ਦੁੱਖ ਨਹੀਂ ਹੁੰਦਾ। ਜਦੋਂ ਕੋਈ ਚੀਜ਼ ਮਿਲਦੀ ਹੈ ਤੇ ਆਪਾਂ ਖੁਸ਼ ਹੋਏ ਆ, ਤੇ ਜਦੋਂ ਖੁਸ਼ ਹੈਗੀ ਤੇ ਦੁੱਖ ਤਾਂ ਹੋਵੇਗਾ। ਕੋਈ ਰਿੱਧੀ ਸਿੱਧੀ ਨਹੀਂ ਕੰਮ ਕਰਦੀ ਉੱਥੇ। ਹੁਣ ਜੇ ਭੈ ਰਾਮ ਦੇ ਕੋਲ ਰਿੱਧੀਆਂ ਸਿੱਧੀਆਂ, ਸੋਢੀ ਕੌਲ ਸਾਹਿਬ ਦੇ ਕੋਲ ਰਿੱਧੀਆਂ ਸਿੱਧੀਆਂ, ਪਰ ਦੋਵੇਂ ਰੋ ਰਹੇ ਆ ਉੱਥੇ, ਇੱਕ ਪੁੱਤਰਾਂ ਨੂੰ ਇੱਕ ਪੋਤਰੇ ਨੂੰ, ਦੋਵੇਂ। ਭੈ ਰਾਮ ਨੂੰ ਬੜਾ ਦੁੱਖ ਹੈ, ਦੋ ਪੁੱਤਰ ਮਰ ਗਏ, ਸੰਸਕਾਰ ਹੋਇਆ, ਸ਼ੱਕ ਕਪੂਰਾ ਮਾਰਿਆ ਗਿਆ, ਤੋਬਰਾ ਦੇ ਕੇ ਮਾਰ ਦਿੱਤਾ। ਪਰ ਆਪਣਾ ਦੁੱਖ ਤਾਂ ਆਪਣਾ ਦੁੱਖ ਹੀ ਹੈ ਨਾ, ਕਿਸੇ ਦੇ ਦੁੱਖ ਨਾਲ ਆਪਣਾ ਦੁੱਖ ਤਾਂ ਨਹੀਂ ਘਟਣ ਲੱਗਿਆ। ਆਪਣਾ ਦੁੱਖ ਆਪਣੇ ਨਾਲ ਹੈ। ਬੜਾ ਦੁਖੀ ਹੈ ਭੈ ਰਾਮ ਸੋਢੀ। ਜੁਗ ਪੁੱਤਰ ਨੇ ਇੱਕ ਬਾਰ ਹਇਓ ਹੈ। ਦੋ ਪੁੱਤਰ ਇੱਕੋ ਵਾਰ ਮਰੇ ਤੇ ਦੋਹਾਂ ਦਾ ਸੰਸਕਾਰ ਇਕੱਠਾ ਕੀਤਾ। ਇੱਕ ਦਿਨ ਲਾਗਿਓ ਕਰਨ ਆਹਾਰਾ। ਇੱਕ ਦਿਨ ਫਿਰ ਉਹਦਾ ਮਨ ਬਣਿਆ ਵੀ ਚਲੋ ਮਰਾਂ, ਹੁਣ ਪ੍ਰਸ਼ਾਦਾ ਛਕ ਕੇ ਕਿਹੜੇ ਸਰਨਾ ਹੈ, ਮਰਿਆ ਤਾਂ ਨਹੀਂ ਜਾਂਦਾ ਨਾਲ ਕਿਸੇ ਦੇ। ਚਲੋ ਇੱਕ ਦਿਨ ਲੱਗਿਆ ਰੋਟੀ ਖਾਣ। ਵਰਖਾ ਮੈਂ ਗਰਜਿਓ ਖਨ ਭਾਰਾ। ਇਹ ਸਮਾਂ ਜਿਹੜਾ ਉਹ ਸਾਵਣ ਭਾਦੋਂ ਦਾ ਚੱਲ ਰਿਹਾ, ਮੌਸਮ ਵਿਗੜ ਗਿਆ ਤੇ ਕਿਤੇ ਬੱਦਲ ਗਰਜੇ। ਤੇ ਜਦੋਂ ਇਹਨੇ ਬੱਦਲਾਂ ਦੇ ਗਰਜਣ ਦੀ ਆਵਾਜ਼ ਸੁਣੀ, ਸਹਿ ਨਾ ਸਕਿਓ ਦੁੱਖ ਪਾਏ ਉਚਾਰੇ। ਉਹਨੇ ਦੁਖੀ ਸੀ, ਇਹਨੂੰ ਬੱਦਲਾਂ ਦਾ ਗਰਜਣਾ ਵੀ ਚੰਗਾ ਨਹੀਂ ਲੱਗਿਆ, ਕਿਉਂਕਿ ਜਦੋਂ ਮਨ ਦੁਖੀ ਹੋਵੇ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ। ਹਰ ਇੱਕ ਚੀਜ਼ ਤੋਂ ਭੈ ਆਉਂਦਾ ਹੈ, ਚੰਗੀ ਨਹੀਂ ਲੱਗਦੀ। ਬੱਦਲਾਂ ਦਾ ਗਰਜਣਾ ਇਹਨੂੰ ਚੰਗਾ ਨਹੀਂ ਲੱਗਿਆ, ਤਾਂ ਦੁੱਖ ਦੇ ਵਿੱਚ ਇਸ ਨੇ ਕਿਹਾ, ਮੁਝ ਕੋ ਸ਼ੋਕ ਪਇਓ ਸੁਤ ਮਾਰੇ। ਮੇਰੇ ਤਾਂ ਪੁੱਤਰ ਮਾਰੇ ਗਏ, ਮੈਨੂੰ ਤਾਂ ਦੁੱਖ ਹੈ। ਘਰ ਤੇਰੇ ਮੈਂ ਭਾਈ ਵਧਾਈ। ਤੇਰੇ ਇਹ ਬੱਦਲ ਗਰਜਣ ਦੀ ਆਵਾਜ਼ ਆ ਰਹੀ, ਤੇਰੇ ਖੁਸ਼ੀਆਂ ਹੋ ਰਹੀਆਂ, ਤੂੰ ਖੁਸ਼ੀਆਂ ਮਨਾ ਰਿਹਾ ਗਰਜ ਕੇ। ਮੇਰੇ ਦੁੱਖ ਦੇ ਵਿੱਚ ਗਰਜ ਗਰਜ ਕੈ ਮੋਏ ਸੁਨਾਈ। ਇਹ ਗਰਜ ਗਰਜ ਕੇ ਮੈਨੂੰ ਸੁਣਾ ਰਿਹਾ ਤੂੰ,
ਮੈਨੂੰ ਦੁਖੀ ਕਰਨ ਲੱਗਿਆ। ਮੇਰੀ ਪੀਰ ਨ ਤੁਝ ਕੋ ਕੋਈ, ਕਿਉਂਕਿ ਮੇਰੀ ਪੀੜ ਤੈਨੂੰ ਕੋਈ ਨਹੀਂ ਹੈ। ਸ਼ੋਕ ਭਰਿਓ ਪੀੜਤ ਹੋਈ। ਮੇਰੇ ਘਰ ਦੇ ਵਿੱਚ ਕਿੰਨਾ ਸ਼ੋਕ ਹੈ, ਮੈਂ ਕਿੰਨਾ ਪੀੜਤ, ਮੈਂ ਕਿੰਨਾ ਦੁਖੀ ਆ। ਅਬ ਹਟ ਜਾਓ ਨ ਦਿਓ ਦਿਖਾਈ। ਕਹਿੰਦਾ ਮੈਨੂੰ ਕੋਈ ਬੱਦਲ ਦਿਖਾਈ ਨਾ ਦੇਵੇ, ਹਟ ਜੋ, ਜਿੱਥੇ ਆਇਓ ਉੱਥੇ ਵਾਪਸ ਚਲੇ ਜਾਓ। ਅਬੇ ਰਾਮ ਜਬ ਏਵ ਅਲਾਈ। ਇਸ ਬਾਤ ਭੈ ਰਾਮ ਨੇ ਇਹ ਗੱਲ ਕਹੀ। ਝਰ ਮਿਟ ਗਇਓ ਨ ਬਰਖਿਓ ਬਾਰੀ। ਚਲੋ ਜੀ, ਕਹਿੰਦੇ ਗਰਜਣ ਦੀ ਕੋਈ ਆਵਾਜ਼ ਨਹੀਂ ਆਈ, ਬੱਦਲ ਉੱਚੇ ਹੋ ਕੇ ਮੀਂਹ ਨਹੀਂ ਪਿਆ ਹੈ। ਉਸ ਤੋਂ ਬਾਅਦ ਨਹੀਂ ਬੱਦਲ ਗਰਜਿਆ। ਭੈ ਰਾਮ ਨੇ ਦੁੱਖ ਚ ਕਿਹਾ ਤੇ ਨਹੀਂ ਬੱਦਲ ਗਰਜਿਆ, ਵਰਖਾ ਨਹੀਂ ਹੋਈ। ਬਹਾਦੁਰ ਪਿਛ ਦੇਸ਼ ਤਿਸ ਭਾਰੀ। ਉਸ ਤੋਂ ਬਾਅਦ ਕਿੰਨੀ ਦੇਰ ਮੀਂਹ ਪਿਆ ਹੀ ਨਹੀਂ ਹੈ। ਨਾ ਮੀਂਹ ਪਿਆ ਤੇ ਫਿਰ ਕਾਲ ਪੈ ਗਿਆ ਇਲਾਕੇ ਦੇ ਵਿੱਚ। ਚਿਰੰਕਾਲ ਲਗ ਮੇਘ ਨ ਆਏ। ਆਇਆ ਹੀ ਨਹੀਂ ਕੋਈ ਬੱਦਲ ਦੇ ਵਿੱਚ, ਆਕਾਸ਼ ਦੇ ਵਿੱਚ ਬੱਦਲ ਮੀਂਹ ਪਾਉਣ ਦੇ ਲਈ। ਰਵ ਤਪ ਤਪਿਓ ਬਹੁ ਨਰ ਅਕੁਲਾਏ। ਮੀਂਹ ਪੈਣ ਦੇ ਨਾਲ ਠੰਡ ਹੋ ਜਾਇਆ ਕਰਦੀ, ਮੌਸਮ ਬਦਲ ਜਾਂਦਾ। ਹੁਣ ਇਲਾਕਾ ਹੀ ਐਸਾ ਸੀ ਕਿ ਤਾਂ ਤਪਦਾ ਹੀ ਬਹੁਤ ਹੈ, ਰੇਤਾ, ਗਰਮੀ ਵੱਧਦੀ ਗਈ। ਕਿਉਂ ਮੀਂਹ ਨਾ ਪਿਆ, ਇਲਾਕਾ ਤਪਦਾ, ਗਰਮੀ ਵੱਧਦੀ ਗਈ। ਇਸ ਪ੍ਰਕਾਰ ਤਿਤ ਕੀਰ ਪ੍ਰਸੰਗ। ਇਸ ਤਰ੍ਹਾਂ ਦੇ ਪ੍ਰਸੰਗ ਹਨ ਜਦੋਂ ਸਤਿਗੁਰੂ ਜੀ ਰਹਿ ਰਹੇ ਨੇ ਉੱਥੇ। ਭਇਓ ਉਚਾਰਿਓ ਸ਼ਰੋਤਨ ਸੰਗ। ਇਹ ਜਿਹੜਾ ਭਾਈ ਸਰੋਤਿਆਂ ਦੇ ਨਾਲ ਸੁਣਾਉਣਾ ਕੀਤਾ। ਬਾਸ ਦਮਦਮੇ ਸਤਿਗੁਰ ਕੀਨ। ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਰਹਿ ਰਹੇ ਹਨ। ਕੀਤਕ ਸਰਾਪ ਕਿਤਕ ਬਰ ਲੀਨ। ਜਿਹੜੇ ਭਾਈ ਸੇਵਾ ਕਰਦੇ ਉਹਨਾਂ ਨੇ ਬਖਸ਼ਾਂ ਪ੍ਰਾਪਤ ਕਰ ਲੀਆਂ, ਤੇ ਜਿਨ੍ਹਾਂ ਨੇ ਸੇਵਾ ਵੀ ਨਹੀਂ ਕੀਤੀ ਤੇ ਬਚਨ ਵੀ ਨਹੀਂ ਮੰਨਿਆ, ਉਹਨਾਂ ਫਿਰ ਦੁਖੀ ਕੱਟਿਆ। ਹੋਰ ਕੀ ਹੈ? ਕਿਉਂਕਿ ਜੈਸਾ ਬੀਜੈ ਸੋ ਲੂਣਾ, ਕਰਮਾ ਸੰਦੜਾ ਖੇਤ। ਤੇ ਕਰਮ ਹੀ ਮਾੜੇ ਕਰਨੇ, ਫਿਰ ਸੁੱਖ ਕਿੱਥੋਂ ਬਣਨਾ? ਸੋ ਸੇਵਾ ਕਰਕੇ ਬਚਨ ਮੰਨਣ ਦੇ ਵਿੱਚ ਸਤਿਗੁਰਾਂ ਦੀ ਖੁਸ਼ੀ ਹੈ ਭਾਈ। ਨਹੀਂ ਮੰਨਦੇ, ਮੋੜਦੇ ਆ ਤੇ ਫਿਰ ਦੁਖੀ ਤਾਂ ਹੈ ਹੀ, ਆਪਾਂ ਸਭ ਨੂੰ ਪਤਾ ਹੀ ਹੈ। ਕਿਉਂ ਕਈਆਂ ਨੇ ਖੁਸ਼ੀਆਂ ਲੈ ਲੀਆਂ ਤੇ ਕਈਆਂ ਨੇ ਆਪਣਾ ਅੱਗਾ ਵੀ ਗਵਾ ਲਿਆ। ਇੱਕ ਦਿਨ ਬੈਠੇ ਸਭਾ ਮਝਾਰੀ। ਇੱਕ ਦਿਨ ਦੀ ਗੱਲ ਹੈ ਵੀ ਜਦੋਂ ਸਤਿਗੁਰੂ ਜੀ ਬੈਠੇ ਹਨ ਸਭਾ ਦੇ ਵਿੱਚ, ਸਤ ਸੰਗਤ ਦੇ ਵਿੱਚ, ਸਬਨ ਸੁਨਾਵਤ ਗਿਰਾ ਉਚਾਰੀ। ਸਾਰਿਆਂ ਨੂੰ ਪੁੱਛਣ ਲੱਗੇ ਸਤਿਗੁਰੂ ਜੀ, ਕਹੋ ਧਰਾ ਇਹੋ ਕਿਨੇ ਉਠਾਈ। ਕਹਿੰਦੇ ਭਾਈ ਆ ਧਰਤੀ ਕਿਹਨੇ ਚੁੱਕੀ ਹੋਈ ਹੈ? ਕਿਸ ਉਪਰ ਥਿਰ ਹੋਤ ਸਦਾਈ। ਸਦਾ ਕਿਵੇਂ ਟਿਕੀ ਰਹਿੰਦੀ ਹੈ? ਕੋ ਪਾਖਤ ਚਿਤ ਧਵਲ ਉਠਾਵੇ। ਯਾਰ ਕਿਹਾ ਜੀ ਅਸੀਂ ਤਾਂ ਕਹਾਣੀ ਸੁਣੀ ਆ ਵੀ ਧੌਲਾ ਵਲਦਾ ਹੈ, ਉਹਦੇ ਸਿੰਘ ਦੇ ਉੱਤੇ ਟਿਕੀ ਹੋਈ ਹੈ। ਦੋਵਾਂ ਤੇ ਨਹੀਂ, ਇੱਕ ਤੇ ਟਿਕੀ ਹੋਈ ਹੈ। ਜਦੋਂ ਕਹਿੰਦੇ ਬਲਦ ਸਿੰਘ ਬਦਲਦਾ ਉਦੋਂ ਭੁਚਾਲ ਆ ਜਾਂਦਾ। ਕਈਆਂ ਨੇ ਕਿਹਾ ਜੀ ਸੁਣਿਆ ਕਿ ਧਰਤੀ ਧੌਲੇ ਬਲਦ ਦੇ ਸਿੰਘ ਤੇ ਟਿਕੀ ਹੈ। ਕੀ ਚਿਤ ਬੋਲੇ ਸ਼ੇਸ਼ ਚੜਾਵੇ। ਕਈਆਂ ਨੇ ਕਿਹਾ ਜੀ ਸ਼ੇਸ਼ ਨਾਗ ਨੇ ਚੁੱਕੀ ਹੋਈ ਹੈ ਆਪਣੇ ਸਿਰ ਤੇ। ਕਮਠ ਪੀਠ ਪਰ ਕਿਨੋ ਬਤਾਈ। ਕੋਈ ਕਹਿੰਦਾ ਜੀ ਇਹ ਕੱਛੂ ਦੀ ਪਿੱਠ ਤੇ ਟਿਕੀ ਹੈ। ਕੌਲ ਦਾੜ ਪਰ ਕਹੇ ਉਠਾਈ। ਕਿਸੇ ਨੇ ਕਹਿੰਦੇ ਵੀ ਸੂਰ ਨੇ ਆਪਣੀ ਦਾੜ ਤੇ ਚੁੱਕੀ ਹੋਈ ਹੈ। ਸੁਨ ਪੁਨ ਗੁਰ ਸੋ ਬੂਜਨ ਕਰੇ। ਇਸ ਤਰ੍ਹਾਂ ਸਾਰੇ ਦੱਸਦੇ ਹਨ ਆਪਣਾ ਆਪਣਾ ਜਵਾਬ। ਜਿਨੋ ਉਠਾਈ ਕੋ ਤਿਨ ਤਰੇ। ਸਤਿਗੁਰੂ ਜੀ ਕਹਿੰਦੇ ਚਲੋ ਠੀਕ ਹੈ, ਤੁਹਾਡੀ ਕਿਸੇ ਦੀ ਗੱਲ ਮੰਨੀ, ਪਰ ਉਹਦੇ ਥੱਲੇ ਕੌਣ ਹੈ? ਫੇਰ ਕੌਣ ਚੁੱਕੀ ਖੜਿਆ ਇਸ ਧਰਤੀ ਨੂੰ? ਧਰਤੀਆਂ ਕਿੰਨੀਆਂ ਨੇ, ਗਿਣ ਨਹੀਂ ਸਕਦਾ ਕੁਝ। ਕਿੰਨੀਆਂ ਨੇ ਧਰਤੀਆਂ?
ਤੇ ਭਾਈ ਸਾਰੀਆਂ ਦਾ ਭਾਰ ਕੌਣ ਚੁੱਕੀ ਖੜਿਆ? ਬਿਨ ਅਲੰਬ ਨੈ ਸਕੈ ਉਠਾਏ। ਤੇ ਆਸਰੇ ਤੋਂ ਬਿਨਾਂ ਤਾਂ ਕੋਈ ਚੁੱਕ ਹੀ ਨਹੀਂ ਸਕਦਾ। ਜਿਨੋ ਉਠਾਏ ਸੋ ਦੇਹੋ ਬਤਾਏ। ਸਾਰਿਆਂ ਦਾ ਭਾਰ ਕਿਹਨੇ ਚੁੱਕਿਆ ਉਹ ਦੱਸਣਾ ਕਰੋ। ਹੱਥ ਜੋੜ ਸਭ ਹੋਨ ਅਲਾਈ। ਸਾਰਿਆਂ ਨੇ ਹੱਥ ਜੋੜ ਕੇ ਕਹਿਣਾ ਕੀਤਾ, ਕਿਰਪਾ ਕਰੋ ਦਿਓ ਆਪ ਬਤਾਈ। ਮੇਰੇ ਮਹਾਰਾਜ ਜੀ ਫਿਰ ਹੁਣ ਤੁਸੀਂ ਦੱਸ ਸਕਦੇ ਹੋ, ਸਾਡੇ ਬਾਦ ਦਾ ਕੰਮ ਹੈ ਨਹੀਂ। ਅਸੀਂ ਤਾਂ ਜਿੰਨਾ ਕੁ ਸੁਣਿਆ ਉਹਨਾਂ ਕੁ ਦੱਸਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਹੈ ਧੌਲਾ ਰੂਪ ਬਲਦ, ਦਇਆ ਦਾ ਪੁੱਤਰ ਹੈ। ਫਿਰ ਧਰਤੀ ਹੋਰ ਪਰੇ ਹੋਰ ਤਿਸਤੇ ਭਾਰ, ਤਲੇ ਕਵਣ ਜੋਰ। ਧਰਤੀਆਂ ਕਿੰਨੀਆਂ ਨੇ, ਗਿਣਤੀ ਹੈ ਕੋਈ? ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਕੋੜ ਕੋੜ ਕਪਾਲ ਤੱਕੇ ਵੇਦ ਕਹਿਨ ਇੱਕ ਬਾਤ। ਆਪਾਂ ਰੋਜ਼ ਪੜ੍ਹਦੇ ਜਪਜੀ ਸਾਹਿਬ ਦੀ ਬਾਣੀ। ਲੱਖਾਂ ਹੀ ਪਤਾਲ ਹੈ, ਲੱਖਾਂ ਹੀ ਆਕਾਸ਼ ਹੈ। ਇਹ ਆਕਾਸ਼ ਤੇ ਪਤਾਲ ਬਣਦਾ ਕਿਵੇਂ ਹੈ? ਕਿਉਂਕਿ ਧਰਤੀ ਜਿਹੜੀ ਹੈ ਡਿਵਾਈਡ ਕਰਦੀ ਹੈ ਨਾ ਦੋਵਾਂ ਨੂੰ। ਆਕਾਸ਼ ਉੱਪਰ ਹੈ ਤੇ ਥੱਲੇ ਪਤਾਲ ਹੈ। ਇਹਦਾ ਭਾਵ ਜਿੰਨੇ ਪਤਾਲ ਜਿੰਨੇ ਆਕਾਸ਼ ਉਹਨੀਆਂ ਧਰਤੀਆਂ। ਸਿੱਧਾ ਹਿਸਾਬ ਹੈ। ਕਹਿੰਦੇ ਮਹਾਰਾਜ ਵੀ ਸਾਨੂੰ ਤਾਂ ਇੰਨਾ ਕੀ ਪਤਾ ਹੈ, ਇਹ ਹੁਣ ਆਪ ਜੀ ਦੱਸਣਾ ਕਰੋ। ਸ਼੍ਰੀ ਮੁਖ ਤੇ ਸਭ ਵਿਖੇ ਉਚਾਰਾ। ਸਤਿਗੁਰੂ ਜੀ ਸਮਝਾਉਂਦੇ ਹਨ ਸਾਰਿਆਂ ਨੂੰ। ਇਹ ਜੋ ਦੇਖੋ ਸਕਲ ਪਸਾਰਾ। ਗੁਰੂ ਜੀ ਕਹਿੰਦੇ ਭਾਈ ਆ ਜਿੰਨਾ ਵੀ ਪਸਾਰਾ ਨਜ਼ਰ ਆ ਰਿਹਾ ਹੈ, ਸਾਚ ਆਸਰੇ ਸਭ ਥਿਰ ਭਇਓ। ਸਾਚ ਬਿਨਾ ਅਵਲੰਬ ਨਾ ਬਿਓ। ਸਤਿਗੁਰੂ ਜੀ ਕਹਿੰਦੇ ਸਾਰਾ ਪਸਾਰਾ ਸੱਚ ਦੇ ਆਸਰੇ ਖੜਿਆ ਹੈ ਤੇ ਸੱਚ ਤੋਂ ਬਿਨਾ ਦੂਸਰਾ ਆਸਰਾ ਕੋਈ ਹੈ ਹੀ ਨਹੀਂ। ਸੱਚ ਹੀ ਹੈ, ਸੱਚ ਦੇ ਆਸਰੇ ਸਾਰਾ ਪਸਾਰਾ। ਸਾਚ ਆਸਰੇ ਸੂਰਜ ਤਪੈ। ਸੱਚ ਦੇ ਆਸਰੇ ਹੀ ਸੂਰਜ ਤਪਦਾ ਹੈ। ਸਾਚ ਆਸਰੇ ਨਿਸਪਤ ਦਿਪੈ। ਇਹ ਰਾਤ ਨੂੰ ਚੰਦਰਮਾ ਰੋਸ਼ਨੀ ਦਿੰਦਾ ਹੈ, ਇਹ ਵੀ ਸੱਚ ਦੇ ਆਸਰੇ ਹੈ। ਸਾਚ ਆਸਰੇ ਸਿੰਧ ਗੰਭੀਰ। ਆ ਜਿਹੜੇ ਇੰਨੇ ਡੂੰਘੇ ਸਮੁੰਦਰ ਨੇ ਇਹ ਵੀ ਸੱਚ ਦੇ ਆਸਰੇ ਹਨ। ਸਾਚ ਆਸਰੇ ਧਰਤੀ ਧੀਰ। ਇਹ ਧਰਤੀ ਵੀ ਸੱਚ ਦੇ ਆਸਰੇ ਹੀ ਖੜੀ ਹੈ। ਸਾਚ ਆਸਰੇ ਵਾਯੂ ਬਹੰਤਾ। ਸੱਚ ਦੇ ਆਸਰੇ ਹਵਾ ਚੱਲਦੀ ਹੈ। ਸਾਚ ਆਸਰੇ ਅਗਨ ਤਪੰਤਾ। ਤਪਦਾ ਹੈ, ਇਸੇ ਦੇ ਆਸਰੇ ਅੱਗ ਤਪਦੀ ਹੈ। ਸਾਚ ਆਸਰੇ ਕੂੜ ਦਿਖੰਤਾ। ਸੱਚ ਦੇ ਆਸਰੇ ਹੀ ਜਿਹੜਾ ਕੂੜ ਹੈ ਦਿਖਾਈ ਦੇ ਰਿਹਾ ਝੂਠ। ਸਾਚ ਬਿਨਾ ਕੂੜ ਨਾ ਨਿਭੰਤਾ। ਸੱਚ ਨਾ ਹੋਵੇ ਤਾਂ ਝੂਠ ਦਾ ਕੋਈ ਪਤਾ ਨਹੀਂ ਚੱਲਣਾ। ਜਥਾ ਰਜੂ ਸਾਚੀ ਦਿਖਿਅੰਤਾ। ਰੱਸੀ ਜਿਹੜੀ ਹੈ ਉਹ ਸੱਚ ਦਿਖਾਈ ਦਿੰਦੀ ਹੈ। ਇਸ ਮੈਂ ਕੂੜ ਸਰਪ ਕਲਪੰਤਾ। ਉਹਦੇ ਵਿੱਚ ਸੱਪ ਦੀ ਕਲਪਨਾ ਕੀਤੀ ਝੂਠ। ਉਹ ਜੇ ਰੱਸੀ ਸੱਚ ਹੈ ਤਾਂ ਕੀਤੀ ਹੈ ਨਾ ਝੂਠ ਦੀ ਕਲਪਨਾ। ਰੱਸੀ ਸੱਚ ਹੈ, ਸੱਪ ਦੀ ਕਲਪਨਾ ਜਿਹੜੀ ਝੂਠ ਹੈ। ਇਸ ਤਰ੍ਹਾਂ ਸੱਚ ਦੇ ਆਸਰੇ ਤੁਰਿਆ ਫਿਰਦਾ ਕੂੜ। ਜੇ ਸਾਚੀ ਰਜੂ ਹੋਏ ਨ ਜੇ ਤਹਾਂ। ਰੱਸੀ ਨਾ ਹੋਵੇ ਉੱਥੇ ਭਲਾ। ਸਰਪ ਕੂੜ ਕੋ ਕਲਪੇ ਕਹਾਂ। ਸੱਪ ਦੀ ਕਲਪਨਾ ਕੋਈ ਕਿਵੇਂ ਕਰੇਗਾ? ਜਾਂ ਤੇ ਨਿਸ਼ਚੈ ਇਹ ਕਰੀਜੈ। ਕਰਕੇ ਭਾਈ ਨਿਸ਼ਚਾ ਕਰੋ। ਸਾਚ ਆਸਰੇ ਸਕਲ ਜਨੀਜੈ। ਸਭ ਕੁਝ ਸੱਚ ਦੇ ਆਸਰੇ ਹੀ ਹੈ। ਸੁਨ ਕੇ ਸਭੋਂ ਸੀਸ ਨਿਵਾਇਓ। ਸਤਿਗੁਰਾਂ ਜੀ ਤੋਂ ਉਪਦੇਸ਼ ਸੁਣਿਆ ਤੇ ਸਾਰਿਆਂ ਨੇ ਸੀਸ ਨਿਵਾਇਆ। ਸੀਸ ਨਿਵਾਉਣ ਦਾ ਭਾਵ ਹੁੰਦਾ ਵੀ ਇਹ ਸੱਚ ਨੂੰ ਮੈਂ ਸਵੀਕਾਰ ਕਰ ਰਿਹਾ, ਮੈਂ ਪੂਰਨ ਤੌਰ ਤੇ ਮੰਨਦਾ ਹਾਂ। ਇਹ ਭਾਵ ਹੁੰਦਾ ਮੱਥਾ ਟੇਕਣ ਦਾ। ਸਤਿਗੁਰਾਂ ਜੀ ਦੇ ਬਚਨ ਸੱਚ, ਸਾਰਿਆਂ ਨੇ ਸੀਸ ਨਿਵਾਇਆ। ਆਪ ਜਥਾਰਤ ਹੀ ਸਮਝਾਇਓ। ਪਾਤਸ਼ਾਹ ਵੀ ਆਪ ਹੀ ਅਸਲ ਤਰੀਕੇ ਦੇ ਨਾਲ ਸਮਝਾ ਸਕਦੇ ਹੋ। ਜਿਸ ਪਰ
कृपा आप की होए, साच पछाने हर जी सोए। सतगुरु जी ਜਿਹਦੇ ਉੱਤੇ ਤੁਸੀਂ ਕਿਰਪਾ ਕਰੋ ਨਾ, ਉਹੀ ਸੱਚ ਨੂੰ ਪਛਾਣ ਸਕਦਾ ਹੈ, ਤੁਹਾਡੀ ਕਿਰਪਾ ਬਿਨਾ ਨਹੀਂ। ਗੁਰ ਪ੍ਰਸਾਦ ਭਰਮ ਕਾ ਨਾਸ, ਰੱਸੀ ਦੇ ਵਿੱਚ ਭਰਮ ਕਰਕੇ ਸਰਪ ਦੀ ਕਲਪਨਾ ਹੋਈ ਹੈ। ਜਦੋਂ ਭਰਮ ਦਾ ਨਾਸ ਹੋ ਗਿਆ, ਗਿਆਨਤਾ ਦਾ ਨਾਸ ਹੋ ਗਿਆ, ਤੇ ਸਾਹਮਣੇ ਰੱਸੀ ਨਜ਼ਰ ਆਉਂਦੀ, ਸੱਪ ਨਹੀਂ। ਸੱਚ ਰੱਸੀ ਪਰ ਕਲਪਨਾ ਸੱਪ ਦੀ ਕੀਤੀ, ਡਰ ਗਿਆ। ਤੇ ਹੁਣ ਜਦੋਂ ਸਮਝ ਆਈ ਵੀ ਇਹ ਤੇ ਰੱਸੀ ਹੈ, ਡਰ ਆਪਣੇ ਆਪ ਹੀ ਖਤਮ ਹੋ ਗਿਆ। ਤੁਸੀਂ ਕਿਰਪਾ ਜਿਹਦੇ ਤੇ ਕਰੋ ਉਸੇ ਨੂੰ ਹੀ ਸਮਝ ਆਉਣੀ ਹੈ। ਧਨ ਧਨ ਸਤ ਸੰਗ ਤੁਮਾਰਾ, ਭੌਜਲ ਪਾਰੇ ਉਤਾਰਨ ਹਾਰਾ। ਪਾਤਸ਼ਾਹ ਜੀ, ਇਹ ਆਪ ਜੀ ਦਾ ਜਿਹੜਾ ਸਤ ਸੰਗ ਹੈ ਨਾ, ਇਹ ਧਨਤਾ ਦੇ ਯੋਗ ਹੈ, ਕਿਉਂਕਿ ਇਸ ਸੰਗਤ ਦੇ ਵਿੱਚ ਆ ਕੇ ਹੀ ਜੀਵ ਦਾ ਭੌਜਲ ਤੋਂ ਪਾਰ ਉਤਾਰਾ ਹੁੰਦਾ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਹ ਸਤ ਸੰਗਤ ਜਿਹੜੀ ਸਤਿਗੁਰਾਂ ਜੀ ਦੀ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਹੁਕਮ ਨੂੰ ਸਮਝਣਾ ਸਤ ਸੰਗਤ ਦੇ ਵਿੱਚ ਆ ਕੇ। ਸੋ ਧੰਨ ਧੰਨ ਹੈ ਆਪ ਜੀ ਦਾ ਸਤ ਸੰਗ, ਜਿਸ ਵਿੱਚ ਮਿਲ ਕੇ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਜਨਮ ਮਰਨ ਕੋ ਬੌਰ ਨਾ ਫੇਰਾ, ਆਪਨੋ ਜਾਨ ਕਰਿਓ ਜੋ ਚੇਰਾ। ਫਿਰ ਜਿੰਨੀ ਵੀ ਸੰਗਤ ਆਉਂਦੀ ਹੈ, ਉਹਨਾਂ ਚੋਂ ਫਿਰ ਸਤਿਗੁਰੂ ਜੀ ਛਾਂਟੀ ਕਰਦੇ ਆ, ਸਿੱਖ ਕਿਹੜਾ ਬਣਦਾ ਗੁਰੂ ਦਾ। ਤੇ ਜਿਹੜਾ ਗੁਰੂ ਦਾ ਸਿੱਖ ਬਣ ਗਿਆ, ਉਹਦਾ ਫਿਰ ਸਤਿਗੁਰੂ ਜੀ ਕਹਿੰਦੇ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਉਹਨਾਂ ਦਾ ਆਵਾਗਵਨ ਸਤਿਗੁਰੂ ਜੀ ਫਿਰ ਕੱਟ ਦਿੰਦੇ ਆ, ਨਾ ਜਨਮ ਨਾ ਮਰਨ, ਜਿਹੜੇ ਸਤਿਗੁਰਾਂ ਜੀ ਦੇ ਬਣ ਜਾਂਦੇ। ਸੋ ਭਾਈ, ਸਤ ਸੰਗਤ ਦੇ ਵਿੱਚ ਆਉਣਾ, ਸਤ ਸੰਗਤ ਦੇ ਵਿੱਚ ਮਿਲਣਾ ਤੇ ਗੁਰੂ ਦੇ ਅਨੁਸਾਰ ਹੀ ਹੋਣਾ, ਫਿਰ ਸਾਰਾ ਜਿਹੜਾ ਅੱਗੇ ਕਾਰਜ ਹੈ ਉਹ ਆਪਣੇ ਆਪ ਸਹਿਜ ਸੁਭਾਵਿਕ ਹੁੰਦਾ ਰਹੇਗਾ। ਅੱਜ ਇਤਿਹਾਸਕ ਦਿਹਾੜਾ ਹੈ, ਸਿੱਖ ਇਤਿਹਾਸ ਵਿੱਚ ਜਿਸ ਨੂੰ ਹੋਲੇ ਮਹੱਲੇ ਕਰਕੇ ਜਾਣਿਆ ਜਾਂਦਾ ਹੈ। ਸਤਿਗੁਰਾਂ ਜੀ ਦੇ ਪੁਰਬ ਨੇ, ਸ਼ਹੀਦਾਂ ਦੇ ਦਿਨ ਨੇ, ਤੇ ਇਹ ਸਾਡੇ ਬੰਦੀ ਛੋੜ ਦਿਵਸ ਤੇ ਵਿਸਾਖੀ। ਬਹੁਤਾ ਲੰਮਾ ਕੰਮ ਨਹੀਂ ਹੈ, ਬਾਕੀ ਵਧਾ ਲਓ ਜਿੰਨਾ ਮਰਜ਼ੀ। ਹੋਲਾ ਮਹੱਲਾ, ਇਸ ਤੋਂ ਪਹਿਲਾਂ ਹੋਲੀ ਹੈ। ਪੂਰਨਵਾਸ਼ੀ ਨੂੰ ਹੋਲੀ ਮਨਾਈ ਜਾਂਦੀ, ਤੇ ਸਤਿਗੁਰਾਂ ਜੀ ਨੇ ਕਿਹਾ ਵੀ ਹੋਲੀ ਨਹੀਂ। ਸਾਡੀ ਹੋਲੀ ਕੀ ਹੈ? ਹੋਲੀ ਕੀਨੀ ਸੰਤ ਸੇਵ। ਸਤ ਸੰਗਤ ਦੀ ਸੇਵਾ ਕਰਨੀ, ਗੁਰਸਿੱਖਾਂ ਦੀ ਸੇਵਾ ਕਰਨੀ, ਬੈਠ ਕੇ ਸਿਮਰਨ ਕਰਨਾ, ਰੱਬ ਦੇ ਗੁਣ ਗਾਉਣੇ, ਇਹ ਸਾਡੀ ਹੋਲੀ ਰੋਜ਼ ਦੀ ਹੈ। ਇਹ ਨਹੀਂ ਵੀ ਸਾਲ ਬਾਅਦ ਆਉਂਦੀ ਹੈ। ਤੇ ਜੋ ਕੁਝ ਹੋਲੀ ਨੂੰ ਹੁੰਦਾ ਉਹ ਸਦੀਆਂ ਤੋਂ ਹੁੰਦਾ ਆ ਰਿਹਾ, ਤੇ ਅੱਜ ਵੀ ਹੋ ਹੀ ਰਿਹਾ ਹੈ। ਆਪਾਂ ਵੇਖ ਹੀ ਰਹੇ ਹਾਂ। ਤੇ ਉਹਦੇ ਪਿੱਛੇ ਕਹਾਣੀ ਕੀ ਹੈ ਕਿ ਪ੍ਰਹਿਲਾਦ ਦਾ ਪਿਤਾ ਹਰਨਾਕਸ਼ ਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਨਹੀਂ ਕਾਮਯਾਬ ਹੁੰਦਾ, ਫਿਰ ਆਪਣੀ ਭੈਣ ਦੀ ਸਹਾਇਤਾ ਲੈਂਦਾ, ਜਿਹਦਾ ਨਾਮ ਹੈ ਹੋਲਕਾ, ਹੁੱਡਾ, ਕਈ ਨਾਮ ਹੈ ਉਹਦੇ।
ਉਹ ਕਹਿੰਦੀ ਵੀ ਮੈਂ ਗੋਦ 'ਚ ਲੈ ਕੇ ਬੈਠਦੀ ਆ, ਮੇਰੇ ਕੋਲ शिव जी ਦੀ ਛਾਲ ਦਿੱਤੀ ਹੋਈ ਹੈ, ਇਹ ਸੜ ਜੂ ਤੇ ਮੈਂ ਬਚ ਜੂ। ਫਿਰ ਹੁਣ ਆਪਣੇ ਭਗਤਾਂ ਦੀ ਪੈਜ ਰੱਖਣ ਵਾਲਾ ਮਾਲਕ, ਖੇਡ ਉਲਟ ਹੋ ਗਈ ਕਿ ਹੋਲਕਾ ਮਰ ਗਈ ਤੇ ਪ੍ਰਹਿਲਾਦ ਬਚ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬਚ ਗਿਆ। ਹੁਣ ਉੱਥੇ ਹਰਨਾਸ ਨੇ ਕਿਹਾ ਵੀ ਇਹ ਗੱਲ ਨਹੀਂ ਕਹਿਣੀ ਪ੍ਰਹਿਲਾਦ ਆ, ਉਹ ਕਹਿੰਦੇ ਹੋਲੀ ਹੈ, ਇਹ ਨਹੀਂ ਕਹਿਣਾ ਵੀ ਹੋਲੀ ਮਰ ਗਈ। ਇਹ ਤਾਂ ਫਿਰ शिव जी ਦਾ ਵਾਰ ਵੀ ਕਿਤੇ ਗਿਆ ਜੇ ਹੋਲੀ ਮਰ ਗਈ। ਸੋ ਗੁਰਮੁਖੋ ਹੋਲੀ ਮਨਾਈ ਜਾ ਰਹੀ ਹੈ ਕਿਹਨਾਂ ਵੱਲੋਂ? ਜਿਹੜੇ ਹਰਨਾਸ ਨੂੰ ਮੰਨਣ ਵਾਲੇ ਆ। ਹਰਨਾਸ ਹੁੰਦਾ ਧੱਕਾ ਕਰਨ ਵਾਲਾ, ਸੰਤਾਂ ਨੂੰ, ਰੱਬ ਦੇ ਪਿਆਰਿਆਂ ਨੂੰ ਦੁੱਖ ਦੇਣ ਵਾਲਾ, ਧਾਰਮਿਕ ਬੰਦਿਆਂ ਨੂੰ ਦੁਖੀ ਕਰਨ ਵਾਲਾ ਹਰਨਾਸ ਹੁੰਦਾ ਹੈ। ਇਹ ਸਾਰੇ ਉਹਦੇ ਰੂਪ ਹੈ ਜਿਹੜੇ ਰਾਸਤੇ ਤੇ ਚੱਲੇ ਹੋਏ ਨੇ ਤੇ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ। ਇੱਕ ਦੂਸਰੇ ਦੀਆਂ ਅੱਖਾਂ 'ਚ ਰੰਗ ਪਾਉਣੇ, ਮਜ਼ਾਕ ਕਰਨੇ, ਤੇ ਸਤਿਗੁਰਾਂ ਜੀ ਨੇ ਮਨਾ ਕੀਤਾ ਵੀ ਸਿੱਖੋ ਆਪਣਾ ਇਹ ਕੰਮ ਨਹੀਂ ਹੈ। ਸਿੱਖਾਂ ਨੇ ਕਿਹਾ ਮਹਾਰਾਜ ਅਸੀਂ ਕੀ ਕਰੀਏ? ਪਾਤਸ਼ਾਹ ਜੀ ਕਹਿੰਦੇ ਆ ਜਾਓ। 1701 ਦੇ ਵਿੱਚ 1799 ਦੇ 1699 ਦੇ ਵਿੱਚ ਖਾਲਸੇ ਦੀ ਸਾਜਨਾ ਹੋਈ ਹੈ ਤੇ 1701 ਦੇ ਵਿੱਚ ਹੋਲਾ ਮਹੱਲਾ ਸ਼ੁਰੂ ਹੋਇਆ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਇੱਕ ਥੜੇ ਦੀ ਰਚਨਾ ਕੀਤੀ ਜਿਹਨੂੰ ਅੱਜ ਕੱਲ੍ਹ ਕਿਲਾ ਹੋਲਗੜ੍ਹ ਕਿਹਾ ਜਾਂਦਾ ਹੈ। ਹੋਲਗੜ੍ਹ ਦਾ ਸੰਬੰਧ ਹੀ ਹੋਲੇ ਮਹੱਲੇ ਦੇ ਨਾਲ ਹੈ। ਹੁਣ ਪਾਤਸ਼ਾਹ ਜੀ ਕਹਿੰਦੇ ਵੀ ਸਿੱਖਾਂ ਦੇ ਦੋ ਜਥੇ ਬਣਾਤੇ ਤੇ ਦੋਵਾਂ ਦੀਆਂ ਵਰਦੀਆਂ ਵੱਖਰੀਆਂ ਕਰਤੀਆਂ। ਇਹਨੂੰ ਮਨਸੂਈ ਜੰਗ ਕਹਿੰਦੇ, ਇਹਨਾਂ ਨੂੰ ਟ੍ਰੇਨਿੰਗ। ਤੇ ਪਾਤਸ਼ਾਹ ਜੀ ਕਹਿੰਦੇ ਵੀ ਹੁਣ ਇਹਦੇ ਉੱਤੇ ਤੁਸੀਂ ਕਬਜ਼ਾ ਕਰਨਾ ਹੈ। ਆਪ ਸਤਿਗੁਰੂ ਜੀ ਬੈਠੇ ਵੇਖ ਰਹੇ। ਸਿੰਘਾਂ ਨੇ ਆਪਣੇ ਜੌਹਰ ਦਿਖਾਏ ਤੇ ਜਿਹਨੇ ਉਦਮ ਕਰਿਆ ਉਤਸ਼ਾਹ ਦੇ ਨਾਲ ਥੜੇ ਦੇ ਉੱਤੇ ਕਾਮਯਾਬ ਹੋ ਗਏ ਹੱਲਾ ਕਰਨ ਦੇ ਵਿੱਚ। ਉਹਨਾਂ ਨੂੰ ਸਤਿਗੁਰਾਂ ਜੀ ਨੇ ਬਖਸ਼ਿਸ਼ਾਂ ਕੀਤੀਆਂ ਤੇ ਦੂਸਰਿਆਂ ਨੂੰ ਕਿਹਾ ਵੀ ਹੁਣ ਤੁਹਾਡੀ ਵਾਰੀ ਹੈ। ਇੱਕ ਹਫ਼ਤਾ ਕਹਿੰਦੇ ਚੱਲਦਾ ਹੁੰਦਾ ਸੀ ਇਹ ਹੋਲਾ ਮਹੱਲਾ, ਬਈ ਕੱਲ ਨੂੰ ਤੁਸੀਂ ਇਹਦੇ ਤੇ ਕਬਜ਼ਾ ਕਰਨਾ ਹੈ। ਜੇ ਹੁਣ ਇੱਕ ਜਥਾ ਜਿੱਤਿਆ ਹੈ ਤੇ ਦੂਸਰਾ ਜਥਾ ਨਹੀਂ ਕਾਮਯਾਬ ਹੋਇਆ ਤਾਂ ਸਤਿਗੁਰਾਂ ਜੀ ਨੇ ਉਹਨਾਂ ਨੂੰ ਜਲੀਲ ਨਹੀਂ ਕਰਿਆ ਹੈ ਵੀ ਤੁਸੀਂ ਹਾਰ ਗਏ ਹੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਇੱਕ ਹਾਰ ਗਿਆ, ਦੋਵਾਂ ਚੋਂ ਜਿੱਤਣਾ ਤਾਂ ਇੱਕ ਨਹੀਂ ਹੈ ਨਾ, ਦੋ ਤਾਂ ਨਹੀਂ ਜਿੱਤ ਸਕਦੇ। ਪਰ ਜੇ ਹੁਣ ਇੱਕ ਹਾਰ ਗਿਆ ਤਾਂ ਉਹਨੂੰ ਜਲੀਲ ਨਹੀਂ ਕਰਨਾ ਹੈ, ਜਿੱਤਣ ਦਾ ਕੋਈ ਹੰਕਾਰ ਨਹੀਂ ਕਰਨਾ, ਕਿਉਂਕਿ ਉਹ ਵੀ ਗੁਰੂ ਦੇ ਸਿੱਖ ਆ, ਉਹ ਵੀ ਗੁਰੂ ਦੇ ਸਿੱਖ ਹੈ। ਵੈਸੇ ਵੀ ਖੇਡ ਦੇ ਮੈਦਾਨ ਦਾ ਇੱਕ ਨਿਯਮ ਹੈ ਵੀ ਹਾਰ ਜਿੱਤ ਤੋਂ ਬਾਅਦ ਦੋਵੇਂ ਟੀਮਾਂ ਆਪਸ ਦੇ ਵਿੱਚ ਹੱਥ ਮਿਲਾਉਂਦੀਆਂ ਨੇ, ਇਕੱਠੇ ਰੋਟੀ ਪਾਣੀ ਖਾਂਦੇ ਆ। ਉੱਥੇ ਕੋਈ ਹੀਣ ਭਾਵਨਾ ਨਹੀਂ ਹੁੰਦੀ। ਤੇ ਸਾਡੇ ਕੋਲ ਇਤਿਹਾਸ ਹੈਗਾ ਮਹਾਰਾਜ ਕੇ ਦਾ ਯੁੱਧ ਸੁਣ ਲਓ। 100 ਬੰਦਾ ਬਚਿਆ ਸੀ ਸਾਰਾ ਹੀ 35,000 ਚੋਂ, ਤੇ ਉਹ 100 ਬੰਦਾ ਕਿੱਥੇ ਗਿਆ? ਰਾਤ ਨੂੰ ਕਿਤੇ ਵੀ ਨਹੀਂ। ਉਸੇ ਢਾਬ ਤੇ ਪਾਣੀ ਪੀਂਦੇ ਨੇ, ਉੱਥੇ ਹੀ ਨਹਾਉਂਦੇ ਨੇ ਤੇ ਉਸੇ ਹੀ ਗੁਰੂ ਦੇ ਲੰਗਰ ਦੇ ਵਿੱਚ ਉਹ ਪ੍ਰਸ਼ਾਦਾ ਛਕ ਰਹੇ ਨੇ, ਉੱਥੇ ਹੀ ਰਾਤ ਕੱਟੀ ਹੈ। ਹੁਣ ਜੇ ਦੁਸ਼ਮਣਤਾਈ ਹੁੰਦੀ ਤਾਂ ਸਤਿਗੁਰੂ ਜੀ ਉਹਨਾਂ ਨੂੰ ਲੰਗਰ ਛਕਣ ਦਿੰਦੇ, ਨਹਾਉਣ ਦਿੰਦੇ ਢਾਬ ਤੇ। ਸਾਰੀ ਦਿਹਾੜੀ ਢਾਬ ਰੋਕ ਕੇ ਰੱਖੀ ਵੀ ਇੱਥੇ ਪਹੁੰਚਣ ਨਾ। ਫੈਸਲਾ ਹੋ ਗਿਆ ਜਿੱਤ ਹਾਰ ਦਾ, ਉੱਥੇ ਤੁਰੇ ਫਿਰਦੇ ਨੇ ਸਾਰੇ। ਦੂਏ ਦਿਨ ਗਏ ਆ, ਸਤਿਗੁਰੂ ਜੀ ਕਹਿੰਦੇ ਵੀ ਹੁਣ ਜੋ ਕੁਝ ਹੋਇਆ ਉਹ ਜਾ ਕੇ ਤੁਸੀਂ ਲਾਹੌਰ ਖਬਰ ਦੇ ਦਿਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਨਿਰਵੈਰ ਹੈ, ਕਿਸੇ ਨਾਲ ਵੈਰ ਭਾਵਨਾ ਨਹੀਂ ਰੱਖਦਾ। ਜੇ ਵੈਰ ਭਾਵਨਾ ਫਿਰ ਸਿੱਖ ਨਹੀਂ ਹੈ, ਕਿਉਂਕਿ ਗੁਰੂ ਨੇ ਸਾਨੂੰ ਸਿਖਾਇਆ ਨਹੀਂ। ਮੈਦਾਨੇ ਜੰਗ ਹੀ ਲੜਨਾ, ਜਦੋਂ ਲੜਾਈ ਖਤਮ ਹੋ ਗਈ ਫਿਰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਫਿਰ ਉਹ ਆਮ ਇਨਸਾਨ ਹੈ। ਸੋ ਜਲੀਲ ਨਹੀਂ ਕਿਸੇ ਨੂੰ ਕਰਨਾ ਜਿੱਤ ਕੇ, ਦੂਸਰੇ ਨੂੰ ਨੀਵਾਂ ਨਹੀਂ ਦਿਖਾਉਣਾ, ਕਿਉਂਕਿ ਆਪਾਂ ਸਾਰੇ ਹੀ ਗੁਰੂ ਦੇ ਸਿੱਖ ਹੈ, ਗੁਰੂ ਭਾਈ। ਹਾਰੇ ਹੋਏ ਨੂੰ ਜਿੱਤੇ ਦਾ ਫਰਜ਼ ਹੈ ਗਲੇ ਦੇ ਨਾਲ ਲਾਉਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਕਿ ਉਹਨੂੰ ਹੀਣ ਭਾਵਨਾ ਦਿਖਾਉਣੀ।
ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਜਿਹੜੇ ਰਵਾਇਤੀ ਤਿਉਹਾਰ ਨੇ ਉਹਨਾਂ ਨੂੰ ਬਦਲ ਕੇ ਸਾਨੂੰ ਇਹ ਤਿਉਹਾਰ ਦਿੱਤੇ ਕਿ ਖਾਲਸੇ ਦਾ ਤਿਉਹਾਰ ਭਾਈ ਹੋਲਾ ਮਹੱਲਾ, ਔਰਨ ਕੀ ਹੋਲੀ ਮਮ ਹੋਲਾ, ਕਿਹੋ ਕਿਰਪਾ ਨਿਧ ਬਚਨ ਅਮੋਲਾ। ਗੁਰੂ ਪਾਤਸ਼ਾਹ ਜੀ ਨੇ ਬਚਨ ਕਹੇ ਭਾਈ ਹੋਲੀ ਹੋਰਾਂ ਦੀ ਹੈ, ਆਪਣਾ ਹੋਲਾ ਹੈ। ਸੋ ਖਾਲਸੇ ਨੇ ਹੋਲਾ ਮਹੱਲਾ ਮਨਾਉਣਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਤਨ ਕਰਕੇ ਮਨ ਕਰਕੇ ਐਕਟਿਵ ਰਹਿਣਾ। ਇਹ ਸਦਾ ਹੀ ਹੋਲਾ ਹੈ, ਸਦਾ ਹੀ ਮਹੱਲਾ। ਇਹ ਸਿੱਖਿਆ ਗੁਰੂ ਪਾਤਸ਼ਾਹ ਜੀ ਨੇ ਆਪ ਦੇਣਾ ਕੀਤੀ। ਪੰਥ ਨੇ ਇਸ ਨੂੰ ਸਾਂਭ ਕੇ ਰੱਖਿਆ ਹੋਇਆ ਔਰ ਇਹ ਵਰਲਡ ਦੇ ਵਿੱਚ ਜਾਣਿਆ ਜਾਂਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵਰਲਡ ਦੇ ਵਿੱਚੋਂ ਲੋਕੀ ਵੇਖਣ ਵਾਸਤੇ ਆਉਂਦੇ ਨੇ, ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਸੋ ਆਪਣਾ ਫਰਜ਼ ਹੈ ਬਈ ਸੰਭਾਲੀਏ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਪੁੰਨਾਂ ਭੁੱਲਾਂ ਲਈ ਦਾਸ ਕਿਵੇਂ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰ ਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ, ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਵੇਕ, ਅਪਰੰਪਰ ਹਰ ਹਰੇ ਪੀਓ ਅਣਹਾਰ, ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਜੇ ਠਾਕਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ, ਵਾਹਿਗੁਰੂ ਗੁਰੂ ਆਏ ਗੁਰੂ, ਵਾਹਿਗੁਰੂ ਵਾਹਿਗੁਰੂ 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 ਆਏ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।